ਸ਼ਲੋਕ ਮਹਿਲਾ ਤੀਜਾ। ਸੋ ਜਪ ਸੋ ਤਪ ਜੇ ਸਤਿਗੁਰ ਭਾਵੈ। ਜਪ ਦਾ ਮਤਲਬ ਹੁੰਦਾ ਹੈ ਜਪਣਾ। ਬਹੁਤ ਸਾਰੇ ਲੋਕ ਨੇ ਜੋ ਕਿਸੇ ਮੰਤਰ ਦਾ ਰਟਨ ਕਰਦੇ ਨੇ ਕਿ ਇੱਕ ਮੰਤਰ ਦਾ ਰਟਨ ਕਰਨਾ ਔਰ ਇਹ ਸਮਝਣਾ ਕਿ ਇਸ ਮੰਤਰ ਰਟਨ ਦੇ ਨਾਲ ਕੋਈ ਦੇਵਤਾ ਪ੍ਰਗਟ ਹੋਏਗਾ, ਫਿਰ ਉਸ ਤੋਂ ਜੋ ਕੁਝ ਮੰਗਿਆ ਜਾਏਗਾ ਉਹ ਕੁਝ ਸਾਨੂੰ ਮਿਲ ਜਾਏਗਾ। ਤੇ ਤਪ ਦਾ ਮਤਲਬ ਹੁੰਦਾ ਹੈ ਤਪਣਾ, ਸਰੀਰ ਨੂੰ ਕਸ਼ਟ ਦੇਣਾ ਕਈ ਢੰਗਾਂ ਦੇ ਨਾਲ ਔਰ ਉਹਨੂੰ ਰੱਬ ਦੀ ਭਗਤੀ ਸਮਝਣਾ। ਜਿਵੇਂ ਕਈ ਲੋਕ ਆਪਣੇ ਚਾਰ ਚੁਫੇਰੇ ਅੱਗ ਦੀਆਂ 5-4 ਧੂਣੀਆਂ ਬਾਲ ਕੇ ਆਪ ਵਿੱਚ ਬੈਠੇ ਹੁੰਦੇ ਨੇ ਤੇ ਉਸ ਨੂੰ ਤਾਪ ਕਹਿੰਦੇ ਨੇ। ਕਈ ਲੋਕ ਜਲ ਵਿੱਚ ਖੜੇ ਹੋ ਜਾਂਦੇ ਨੇ ਕਈ ਦਿਨਾਂ ਲਈ ਔਰ ਕਿਸੇ ਮੰਤਰ ਦਾ ਰਟਨ ਕਰਦੇ ਨੇ। ਕਈ ਲੋਕ ਜਲ ਧਾਰਾ ਕਰਦੇ ਨੇ ਜਾਂ ਹੋਰ ਐਸੇ ਕਰਮ ਕੀਤੇ ਜਾਂਦੇ ਨੇ ਔਰ ਸਮਝਿਆ ਇਹ ਜਾਂਦਾ ਹੈ ਕਿ ਇਸ ਤਰ੍ਹਾਂ ਤਪਣ ਦੇ ਨਾਲ ਰੱਬ ਪ੍ਰਗਟ ਹੋਏਗਾ ਜਾਂ ਕੋਈ ਦੇਵੀ ਦੇਵਤਾ ਪ੍ਰਗਟ ਹੋਏਗਾ ਤੇ ਉਹ ਸਾਨੂੰ ਮੂੰਹ ਮੰਗੀ ਮੁਰਾਦ ਦੇਵੇਗਾ। ਗੁਰੂ ਪਾਤਸ਼ਾਹ ਜੀ ਨੇ ਐਸੇ ਜਪਾਂ ਔਰ ਤਪਾਂ ਦਾ ਖੰਡਨ ਕੀਤਾ ਹੈ ਤੇ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ ਸੋ ਜਪ ਸੋ ਤਪ ਜੇ ਸਤਿਗੁਰ ਭਾਵੈ। ਅਸਲ ਦੇ ਅੰਦਰ ਇਹੀ ਜਪ ਹੈ, ਇਹੀ ਤਪ ਹੈ ਜੋ ਸਤਿਗੁਰ ਨੂੰ ਭਾ ਜਾਣਾ ਹੈ, ਜੋ ਸਤਿਗੁਰ ਨੂੰ ਪਾਉਂਦਾ ਹੈ। ਭਾਵ ਕਿ ਸਤਿਗੁਰ ਦੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਣੀ ਇਹੀ ਜਪ ਔਰ ਤਪ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਯਾਨੀ ਸਾਡੇ ਜੀਵਨ ਦਾ ਜੋ ਹਰ ਪੱਖ ਹੈ ਉਹ ਗਿਆਨ ਗੁਰੂ ਦੀ ਅਗਵਾਈ ਦੇ ਵਿੱਚ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਮੁਤਾਬਕ ਹੋਵੇ। ਤਾਂ ਜੋ ਗੁਰੂ ਨੂੰ ਪਾਉਂਦਾ ਹੈ ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ, ਗੁਰੂ ਦੇ ਗੁਣਾਂ ਨੂੰ ਇੰਪਲੀਮੈਂਟ ਕਰਨਾ ਹੀ ਜਪ ਔਰ ਤਪ ਹੈ, ਹੋਰ ਕੋਈ ਜਪ ਤਪ ਨਹੀਂ ਹੈ। ਗੁਰਬਾਣੀ ਵਿੱਚ ਹੋਰ ਥਾਂ ਤੇ ਵੀ ਬਚਨ ਕੀਤਾ ਹੈ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕੇ ਹਿਰਦੈ ਭਾਉ ਹੈ ਦੂਜਾ। ਜੇ ਮਨ ਦੇ ਅੰਦਰ ਦੁਐਤ ਭਾਵ ਹੈ ਤਾਂ ਜਪ ਤਪ ਦਾ ਕੋਈ ਲਾਭ ਨਹੀਂ ਹੈ ਔਰ ਇਸ ਜਪ ਤਪ ਦੇ ਨਾਲ ਮਨ ਦੇ ਵਿੱਚੋਂ ਦੁਐਤ ਭਾਵ ਆਦਿਕ ਮਿਟਦਾ ਵੀ ਨਹੀਂ ਹੈ। ਇਸ ਲਈ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਹੀ ਜਪ ਔਰ ਤਪ ਹੈ। ਸਤਿਗੁਰ ਕੈ ਭਾਣੈ ਵਡਿਆਈ ਪਾਵੈ। ਜੋ ਮਨੁੱਖ ਸਤਿਗੁਰ ਦੇ ਭਾਣੇ ਵਿੱਚ ਤੁਰਦਾ ਹੈ ਯਾਨੀ ਸਤਿਗੁਰ ਦੀ ਰਜ਼ਾ ਵਿੱਚ ਤੁਰਦਾ ਹੈ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਂਦਾ ਹੈ, ਉਹ ਇਨਸਾਨ ਵਡਿਆਈ ਪਾਉਂਦਾ ਹੈ, ਉਹਨੂੰ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ ਔਰ ਉਹੀ ਆਤਮਿਕ ਜੀਵਨ ਦੇ ਅੰਦਰ ਸਫਲ ਹੁੰਦਾ ਹੈ। ਉਹਦੇ ਜੀਵਨ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆਉਂਦਾ ਹੈ। ਉਹਨੂੰ ਮਾਣ ਆਦਰ ਸਤਿਕਾਰ ਮਿਲਦਾ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਨਾਨਕ ਆਪ ਛੋੜ ਗੁਰ ਮਾਹੀ ਸਮਾਵੈ। हे ਨਾਨਕ ਆਪਾ ਭਾਵ ਤਿਆਗ ਕੇ ਹੀ ਸਤਿਗੁਰ ਦੇ ਅੰਦਰ ਲੀਨ ਹੋ ਸਕੀਦਾ ਹੈ, ਯਾਨੀ ਉਹ ਆਪਾ ਭਾਵ ਤਿਆਗ ਕੇ ਸਤਿਗੁਰ ਦੇ ਅੰਦਰ ਹੀ ਲੀਨ ਹੋ ਜਾਂਦਾ ਹੈ। ਹੁਣ ਸਤਿਗੁਰ ਵਿੱਚ ਲੀਨ ਹੋਣਾ ਕੀ ਹੈ ਔਰ ਆਪਾ ਭਾਵ ਛੱਡਣਾ ਕੀ ਹੈ? ਆਪਾ ਭਾਵ ਦਾ ਮਤਲਬ ਜੋ ਆਪਣੀ ਮੱਤ ਹੈ, ਆਪਣੀ ਉਸ ਨੂੰ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਂਦਾ ਹੈ। ਆਪਣੀ ਸੀਮਤ ਸੋਚ ਨੂੰ ਗੁਰੂ ਦੀ ਸੀਮਤ ਸੋਚ ਦੇ ਅੰਦਰ ਲੀਨ ਕਰ ਦਿੰਦਾ ਹੈ। ਇਹੀ ਹੈ ਆਪਾ ਭਾਵ ਦਾ ਤਿਆਗਣਾ ਔਰ ਇਹੀ ਹੈ ਗੁਰੂ ਦੇ ਅੰਦਰ ਲੀਨ ਹੋ ਜਾਣਾ। ਤਾਂ ਅਸੀਂ ਕਹਿ ਸਕਦੇ ਹਾਂ ਜੋ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਹੁੰਦਾ ਹੈ, ਉਹਨੂੰ ਮਾਣ, ਵਡਿਆਈ, ਆਦਰ ਔਰ ਸਤਿਕਾਰ ਮਿਲਦਾ ਹੈ ਔਰ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਜ਼ਿੰਦਗੀ ਜੀਣਾ ਹੀ ਜਪ ਔਰ ਤਪ ਹੈ, ਹੋਰ ਕੋਈ ਜਪ ਤਪ ਨਹੀਂ ਹੈ। ਮਹਿਲਾ ਤੀਜਾ। ਗੁਰ ਕੀ ਸਿੱਖ ਕੋ ਵਿਰਲਾ ਲੇਵੈ। ਇੱਥੇ ਸਿੱਖ ਸ਼ਬਦ ਦਾ ਮਤਲਬ ਹੈ ਸਿੱਖਿਆ। ਜੇ ਸਿੱਖ ਦੇ ਖੱਖੇ ਥੱਲੇ ਔਂਕੜ ਹੁੰਦਾ ਤਾਂ ਇਹ ਸ਼ਬਦ ਹੋਣਾ ਸੀ ਪੁਲਿੰਗ ਸ਼ਬਦ, ਮੇਲ ਜੈਂਡਰ ਔਰ ਇੱਕ ਵਚਨ ਹੋਣਾ ਸੀ। ਸਿੱਖ ਦਾ ਖੱਖਾ ਜੇ ਮੁਕਤਾ ਹੋਵੇ ਤੇ ਬਹੁਵਚਨੀ ਸਿੱਖ ਸ਼ਬਦ ਵੀ ਹੁੰਦਾ ਹੈ ਔਰ ਸਿੱਖ ਸ਼ਬਦ ਨੂੰ ਫੀਮੇਲ ਜੈਂਡਰ ਬਣਾਉਣ ਲਈ, ਇਸਤਰੀ ਲਿੰਗ ਬਣਾਉਣ ਲਈ ਖੱਖੇ ਦਾ ਜਿਹੜਾ ਹੈ ਔਂਕੜ ਹਟਾਇਆ ਜਾਂਦਾ ਹੈ। ਇੱਥੇ ਕੀ ਸ਼ਬਦ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਸਿੱਖ ਸ਼ਬਦ ਸਿੱਖਿਆ ਦਾ ਮਤਲਬ ਹੈ। ਗੁਰ ਕੀ ਸਿੱਖ ਕੋ ਵਿਰਲਾ ਲੇਵੈ। ਕੋਈ ਵਿਰਲਾ ਬੰਦਾ ਹੈ ਜੋ ਸਤਿਗੁਰ ਦੀ ਸਿੱਖਿਆ ਲੈਂਦਾ ਹੈ, ਸਤਿਗੁਰ ਤੋਂ ਗਿਆਨ ਦੀ ਦਾਤ ਲੈਂਦਾ ਹੈ। ਸਤਿਗੁਰ ਦੀ ਸਿੱਖਿਆ ਲੈਣ ਦਾ ਮਤਲਬ
कोई विरला बंदा है जो गुरु की सिक्ख्या अनुसार जिंदगी जींदा है, गुरु के दिते वे ऑफ लाइफ ਨੂੰ अपनाउंदा है। गुरु की सिक्ख्या लैन का मतलब है गुरु के दसे राह ते तुरना। जिंदगी का जो हर पक्ष है साडा वो गुरु की सिक्ख्या अनुसार होवे। विरले विरले इंसान ने जो गुरु दे दसे राह ते जिंदगी जींदे ने और गुरु दे दसे राह ते चल के सच ਨੂੰ आधार बना के अपने मनुखी फर्जां ਨੂੰ पूरे करते ने। कुछ विरले लोग हुंदे ने। नानक जिस आप वड्याई देवे, ते गुरु जी बचन करते ने कि हे नानक, गुरसिक्ख्या ते तुरन दी वड्याई प्रभु आप दिंदा है, जिस ते बख्शिश करदा है। जिस ਨੂੰ ਆਪ ਗੁਰੂ ਵਡਿਆਈ ਦੇਵੇ ਉਸ ਨੂੰ ਹੀ ਇਹ ਵਡਿਆਈ ਮਿਲਦੀ ਹੈ। ਹੁਣ ਦੇਖੋ ਗੁਰੂ ਜਾਂ ਪ੍ਰਭੂ ਵਡਿਆਈ ਕਿਹਨੂੰ ਦੇਵੇਗਾ? ਜਿਹੜਾ ਇਸ ਵਡਿਆਈ ਨੂੰ ਲੈਣਾ ਚਾਹੇਗਾ ਨਾ। ਜੇ ਹੁਣ ਅਸੀਂ ਵਡਿਆਈ ਲੈਣਾ ਹੀ ਨਾ ਚਾਹੀਏ, ਗੁਰੂ ਦੀ ਸਿੱਖਿਆ ਅਨੁਸਾਰ ਤੁਰਨਾ ਹੀ ਨਾ ਚਾਹੀਏ, ਤਾਂ ਇਹ ਤਾਂ ਸਾਡੀ ਮਰਜ਼ੀ ਹੈ ਨਾ। ਗੁਰੂ ਜੀ ਤਾਂ ਸਾਰਿਆਂ ਨੂੰ ਸਿੱਖਿਆ ਦੇ ਰਹੇ ਨੇ। ਗੁਰੂ ਜੀ ਤਾਂ ਹਰ ਇੱਕ ਦੇ ਉੱਤੇ ਪਰਉਪਕਾਰ ਕਰਨਾ ਚਾਹੁੰਦੇ ਨੇ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਸਤਿਗੁਰ ਅੰਦਰੋਂ ਨਿਰਵੈਰ ਹੈ, ਤਿਨ ਵਿੱਚੋਂ ਤਿਸ਼ਟਿਆ ਨਾ ਕੋਈ। ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਵਿਚਾਰ ਕੀਤੀ ਹੈ। ਜਿਵੇਂ ਮੈਂ ਇੱਕ ਪੰਕਤੀ ਬੋਲ ਰਿਹਾ ਕਿ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਹੁਣ ਗੁਰੂ ਜੀ ਨੇ ਵਡਿਆਈ ਸਾਨੂੰ ਸਾਰਿਆਂ ਨੂੰ ਦਿੱਤੀ ਨਾ ਕਿ ਸੱਚ ਬੋਲੋ, ਧਰਮ ਅਨੁਸਾਰ ਜ਼ਿੰਦਗੀ ਜੀਵੋ। ਹੁਣ ਗੁਰੂ ਜੀ ਨੇ ਸਾਨੂੰ ਸਿੱਖਿਆ ਸਾਰਿਆਂ ਨੂੰ ਦਿੱਤੀ, ਰਹਿਮਤ ਸਾਰਿਆਂ ਤੇ ਕੀਤੀ, ਕਿਉਂਕਿ ਤੁਹਾਨੂੰ ਵੀ ਸੁਣਿਆ, ਮੈਨੂੰ ਵੀ ਸੁਣਿਆ। ਹੁਣ ਇਸ ਵਡਿਆਈ ਨੂੰ ਕੌਣ ਲੈਣਾ ਚਾਹੇਗਾ? ਇਹ ਤਾਂ ਆਪਣੀ ਮਰਜ਼ੀ ਹੈ ਨਾ ਕਿਸੇ ਦੀ, ਕਿ ਉਹ ਸੱਚ ਬੋਲੇਗਾ, ਧਰਮ ਨੂੰ ਪੂਰਿਆ ਕਰੇਗਾ, ਫਰਜ਼ਾਂ ਨੂੰ ਜਾਂ ਨਹੀਂ। ਜਿਹੜਾ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆ ਕਰੇਗਾ, ਉਹਨੇ ਵਡਿਆਈ ਪ੍ਰਵਾਨ ਕਰ ਲਈ, ਉਹਨੇ ਗੁਰੂ ਦੀ ਸਿੱਖਿਆ ਪ੍ਰਵਾਨ ਕਰ ਲਈ, ਉਹਨੂੰ ਵਡਿਆਈ ਮਿਲ ਗਈ। ਤੇ ਜਿਸ ਨੇ ਇਨਕਾਰ ਕਰ ਦਿੱਤਾ ਕਿ ਮੈਂ ਐਸੀ ਜ਼ਿੰਦਗੀ ਨਹੀਂ ਜੀਣੀ, ਉਹਨੇ ਗੁਰੂ ਦੀ ਵਡਿਆਈ ਨੂੰ ਇਨਕਾਰ ਕਰ ਦਿੱਤਾ ਕਿ ਮੈਨੂੰ ਵਡਿਆਈ ਨਹੀਂ ਚਾਹੀਦੀ। ਗੁਰੂ ਸਾਰਿਆਂ ਤੇ ਬਖਸ਼ਿਸ਼ ਕਰਦਾ ਹੈ। ਪੌੜੀ, ਮਾਇਆ ਮੋਹ ਅਗਿਆਨ ਹੈ ਬਿਖਮ ਅਤ ਭਾਰੀ। ਮਾਇਆ ਦਾ ਜੋ ਮੋਹ ਹੈ ਤੇ ਅਗਿਆਨ ਹੈ, ਇਹ ਬੜਾ ਭਾਰੀ ਸਮੁੰਦਰ ਹੈ। ਬਿਖਮ ਦਾ ਮਤਲਬ ਔਖਾ, ਜਿਹਨੂੰ ਔਖਾ ਤਰਿਆ ਜਾਂਦਾ ਹੈ। ਅਗਿਆਨਤਾ ਔਰ ਮਾਇਆ ਇਹ ਬੜਾ ਭਾਰਾ ਔਖਾ ਮਾਨੋ ਇੱਕ ਸਮੁੰਦਰ ਹੈ, ਜਿਸ ਨੂੰ ਤਰਨਾ ਔਖਾ ਹੈ। ਇੰਪੋਸੀਬਲ ਨਹੀਂ ਹੈ, ਔਖਾ ਜ਼ਰੂਰ ਹੈ। ਜਿਵੇਂ ਹੁਣ ਆਮ ਸਮੁੰਦਰ ਹੈ, ਇਹਦੇ ਵਿੱਚ ਜੇ ਅਸੀਂ ਵੈਸੇ ਪਾਰ ਲੰਘਣਾ ਚਾਹੀਏ ਤਾਂ ਅਸੀਂ ਨਹੀਂ ਲੰਘ ਸਕਦੇ, ਔਖਾ ਹੈ, ਇੰਪੋਸੀਬਲ ਵੀ ਹੈ। ਪਰ ਜੇ ਸਾਨੂੰ ਜਹਾਜ਼ ਮਿਲ ਜਾਏ ਤਾਂ ਉਸ ਜਹਾਜ਼ ਰਾਹੀਂ ਅਸੀਂ ਸਮੁੰਦਰ ਚੋਂ ਪਾਰ ਲੰਘ ਜਾਂਦੇ ਹਾਂ। ਨਾਲੇ ਬੰਦਾ ਜਹਾਜ਼ ਵਿੱਚ ਜਾਂਦਾ ਹੈ, ਸਮੁੰਦਰ ਨੂੰ ਪਾਰ ਲੰਘਦਾ ਹੈ, ਨਾਲੇ ਇੰਜੋਏ ਕਰਦਾ ਹੈ, ਪਾਰ ਲੰਘ ਜਾਂਦਾ ਹੈ। ਇਸੇ ਤਰ੍ਹਾਂ ਮਾਇਆ ਦਾ ਮਤਲਬ ਹੈ ਜੋ ਸੋਚ ਹੈ ਸਾਡੀ, ਜਿਸ ਰਾਹੀਂ ਅਸੀਂ ਇੱਕ ਦੂਜੇ ਵਿੱਚ ਰੱਬ ਨੂੰ ਨਹੀਂ ਵੇਖਦੇ, ਸੋਚ ਹੀ ਹੈ ਨਾ। ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਇਸ ਸੋਚ ਦੇ ਵਿੱਚੋਂ ਬਾਹਰ ਆਣਾ ਇੰਪੋਸੀਬਲ ਤਾਂ ਨਹੀਂ ਹੈ, ਪਰ ਹਾਰਡ ਤਾਂ ਹੈ। ਇੰਨਾ ਸੌਖਾ ਵੀ ਨਹੀਂ ਨਾ ਕਿ ਅਸੀਂ ਸਿੱਧੇ, ਔਖਾ ਹੈ। ਅਗਿਆਨਤਾ ਦੇ ਵਿੱਚੋਂ ਬਾਹਰ ਆਣਾ ਇੰਪੋਸੀਬਲ ਤਾਂ ਨਹੀਂ ਹੈ, ਪਰ ਔਖਾ ਜ਼ਰੂਰ ਹੈ। ਜਦੋਂ ਤੱਕ ਸਾਨੂੰ ਕੋਈ ਸਾਧਨ ਨਹੀਂ ਮਿਲਦਾ, ਉਦੋਂ ਤੱਕ ਔਖਾ ਵੀ ਹੈ, ਉਦੋਂ ਤੱਕ ਇੰਪੋਸੀਬਲ ਵੀ ਹੈ। ਤਾਂ ਅਗਿਆਨਤਾ ਭਰੇ ਕਰਮ ਕਿਤਨੇ ਲੋਕ ਕਰ ਰਹੇ ਨੇ। ਜਿਵੇਂ ਅਸੀਂ ਰੋਜ਼ ਇਹਨਾਂ ਕਰਮਾਂ ਦੀ ਗਿਣਤੀ ਕਰਦੇ ਹਾਂ ਜੋ ਧਰਮ ਦੇ ਨਾਮ ਤੇ ਕੀਤੇ ਜਾਂਦੇ ਨੇ। ਜਪ ਤਪ ਸੰਜਮ ਨੇ, ਜਾਂ ਵਿਖਾਵੇ ਦੀਆਂ ਸਮਾਧੀਆਂ ਨੇ, ਜਾਂ ਵਿਖਾਵੇ ਦੇ ਜਿਤਨੇ ਵੀ ਕਰਮ ਨੇ, ਤੀਰਥ ਯਾਤਰਾ ਵਗੈਰਾ ਹੈ ਜਾਂ ਪੁੰਨ ਦਾਨ ਵਗੈਰਾ, ਜੋ ਲੋਕ ਵਿਖਾਵੇ ਵਾਸਤੇ ਕਰ ਰਹੇ ਨੇ, ਆਪਣੇ ਆਪ ਨੂੰ ਧਰਮੀ ਸਾਬਤ ਕਰਨ ਵਾਸਤੇ ਕਰ ਰਹੇ ਨੇ। ਜ਼ਿੰਦਗੀ ਦੀ ਅਸਲੀਅਤ ਕੁਝ ਹੋਰ ਹੈ, ਲੇਕਿਨ ਉਹ ਕਰਮ ਕਰ ਰਹੇ ਨੇ ਜਿਨ੍ਹਾਂ ਕਰਮਾਂ ਰਾਹੀਂ ਸੁਖ ਚਾਹ ਰਹੇ ਨੇ। ਕਿ ਸ਼ਾਇਦ ਜੋ ਅਸੀਂ ਪਾਪ ਕਰਮ ਕੀਤੇ ਹਨ, ਜਾਂ ਸਾਡੀ ਮਾੜੀ ਸ਼ਬਦਾਵਲੀ ਹੈ, ਜੋ ਸਾਡੀ ਮਾੜੀ ਸੋਚ ਹੈ, ਉਹਦੇ ਕਰਕੇ ਪੈਦਾ ਕੀਤੇ ਹੋਏ ਜੋ ਦੁੱਖ ਨੇ, ਉਹ ਸ਼ਾਇਦ ਤੀਰਥਾਂ ਤੇ ਨਹਾਉਣ ਦੇ ਨਾਲ ਖਤਮ ਹੋ ਜਾਣ, ਜਾਂ ਠੱਗੀਆਂ ਮਾਰ ਕੇ ਜੋ ਧਨ ਇਕੱਠਾ ਕੀਤਾ ਹੈ ਉਹਦੇ ਵਿੱਚੋਂ ਥੋੜਾ ਦਾਨ ਪੁੰਨ ਕਰਨ ਦੇ ਨਾਲ ਸਾਡੇ ਉਹ ਪਾਪ ਖਤਮ ਹੋ ਜਾਣ, ਔਰ ਸਾਡੇ ਜੀਵਨ ਅੰਦਰ ਸੁਖ ਸ਼ਾਂਤੀ ਆ ਜਾਏ। ਇਹ ਸਾਰੇ ਅਗਿਆਨ ਭਰੇ ਕਰਮ ਹੀ ਤੇ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਮਾयावी ਸੋਚ ਔਰ ਅਗਿਆਨਤਾ ਇੱਕ ਐਸਾ ਸਮੁੰਦਰ ਹੈ ਜਿਸ ਦੇ ਅੰਦਰ ਬੰਦਾ
ਡਿੱਗਦਾ ਰਹਿੰਦਾ ਹੈ ਔਰ ਇਸ ਨੂੰ ਤਰਨਾ ਇਹਦੇ ਵਾਸਤੇ ਔਖਾ ਹੋਇਆ ਪਿਆ ਹੈ। ਪੱਥਰ ਪਾਪ ਬਹੁ ਲੱਦਿਆ ਕਿਉਂ ਤਰੀਏ ਤਾਰੀ। ਤਾਰੀ ਦਾ ਮਤਲਬ ਤਰੀਏ ਤਾਰੀ ਦਾ ਮਤਲਬ ਤਾਰੀ ਤਰੀ ਜਾਏ, ਪਾਰ ਲੰਘਿਆ ਜਾਏ। ਹੁਣ ਜੇਕਰ ਇੱਕ ਤਾਂ ਸਮੁੰਦਰ ਹੋਵੇ ਔਰ ਸਮੁੰਦਰ ਦੇ ਵਿੱਚ ਬੇੜੀ ਵੀ ਕਮਜ਼ੋਰ ਹੋਏ ਔਰ ਬੰਦਾ ਉਹਦੇ ਵਿੱਚ ਪੱਥਰ ਲਾਦ ਲੈ ਬਹੁਤ ਸਾਰੇ, ਤਾਂ ਕਿਵੇਂ ਤਰਿਆ ਜਾਏਗਾ? ਜਾਂ ਆਪਣੇ ਸਿਰ ਦੇ ਉੱਤੇ ਬੰਦਾ ਕੋਈ 10-20 ਕਿਲੋ 50 ਕਿਲੋ ਦਾ ਪੱਥਰ ਬੰਨ ਲੈ ਔਰ ਨਾਲ ਪੱਥਰ ਬੰਨ ਕੇ ਭਾਰ ਪੱਥਰਾਂ ਦਾ ਲੈ ਕੇ ਪਾਰ ਲੰਘਣਾ ਚਾਹੇ ਤਾਂ ਉਹ ਲੰਘ ਨਹੀਂ ਨਾ ਸਕੇਗਾ। ਤਾਂ ਗੁਰੂ ਜੀ ਕਹਿੰਦੇ ਨੇ ਜੇ ਬੜੇ ਪਾਪਾਂ ਰੂਪ ਪੱਥਰਾਂ ਦੇ ਨਾਲ ਲੱਦੇ ਹੋਈਏ, ਪਾਪਾਂ ਦੇ ਪੱਥਰ ਆਪਣੇ ਉੱਤੇ ਲੱਦੇ ਹੋਣ ਤਾਂ ਬੰਦਾ ਕਿਵੇਂ ਪਾਰ ਲੰਘੇਗਾ? ਪਾਪਾਂ ਦੇ ਪੱਥਰ ਬੰਨ ਕੇ ਤਾਂ ਬੰਦਾ ਕਿਵੇਂ ਪਾਰ ਲੰਘ ਸਕਦਾ ਹੈ? ਸੁਖ ਸ਼ਾਂਤੀ ਕਿਵੇਂ ਹਾਸਲ ਕਰ ਸਕਦਾ ਹੈ? ਈਰਖਾ, द्वेष, वैर, विरोध, कीना, साड़ा, पाप, विकार, ऐसी सोच भरी हुई अंदर और बंदा चाहे कि मैं सुख पावां, शांति पावां, आनंद वाला जीवन जीवां, ਤਾਂ ਕਿਵੇਂ ਜੀ ਸਕੇਗਾ? ਯਾਨੀ ਮਾੜੀ ਸੋਚ ਦੇ ਨਾਲ ਕਦੇ ਵੀ ਅਸੀਂ ਸੁਖ, ਆਨੰਦ, ਖੇੜਾ, ਪ੍ਰਸੰਨਤਾ ਨਹੀਂ ਪਾ ਸਕਦੇ। ਪੱਥਰ ਪਾਪ ਬਹੁ ਲੱਦਿਆ ਕਿਉਂ ਤਰੀਏ ਤਾਰੀ। ਜਿਸਨੇ ਆਪਣੀ ਸੋਚ ਦੇ ਅੰਦਰ ਪਾਪਾਂ ਦੇ ਪੱਥਰ ਭਰੇ ਹੋਏ ਨੇ, ਉਹ ਇਸ ਸੰਸਾਰ ਸਾਗਰ ਚੋਂ, ਅਗਿਆਨਤਾ ਚੋਂ ਔਰ ਮਾਇਆ ਦੇ ਵਿੱਚੋਂ ਕਿਵੇਂ ਪਾਰ ਲੰਘ ਸਕਦਾ ਹੈ? ਅਨਦਿਨ ਭਗਤੀ ਰਤਿਆਂ ਹਰ ਪਾਰ ਉਤਾਰੀ। ਅਨਦਿਨ ਦਾ ਮਤਲਬ ਹਰ ਰੋਜ਼, ਰਤਿਆਂ ਦਾ ਮਤਲਬ ਜੇ ਰੰਗੇ ਜਾਈਏ, ਭਗਤੀ ਦਾ ਮਤਲਬ ਰੱਬ ਦੇ ਗੁਣ, ਕਿਉਂਕਿ ਭਗਤੀ ਕੀ ਹੈ? ਗੁਣਾਂ ਦੇ ਧਾਰਨੀ ਹੋਣਾ ਹੀ ਭਗਤੀ ਹੈ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਦਾ ਮਤਲਬ ਹੈ ਗੁਣਾਂ ਦੇ ਅੰਦਰ ਜੁੜਨ ਦਾ ਯਤਨ, ਗੁਣ ਧਾਰਨ ਕਰਨ ਦਾ ਜੋ ਯਤਨ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੇ ਮਨੁੱਖ ਦਿਨ ਰਾਤ ਪ੍ਰਭੂ ਦੀ ਸਿਫਤ ਸਲਾਹ ਦੇ ਅੰਦਰ ਰੰਗਿਆ ਰਹੇ, ਭਗਤੀ ਦਾ ਮਤਲਬ ਸਿਫਤ ਸਲਾਹ, ਗੁਣ ਗਾਣੇ। ਜੇ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਦੇ ਅੰਦਰ ਦਿਨ ਰਾਤ ਰੰਗਿਆ ਰਹੇ ਤਾਂ ਪ੍ਰਭੂ ਉਸ ਭਗਤੀ ਦੇ ਅੰਦਰ ਰੰਗੇ ਹੋਏ ਮਨੁੱਖ ਨੂੰ ਪਾਰ ਉਤਾਰ ਦਿੰਦਾ ਹੈ। ਭਗਤੀ ਦਾ ਮਤਲਬ ਸਿਫਤ ਸਲਾਹ ਕਰਨੀ, ਗੁਣ ਗਾਣੇ। ਗੁਣ ਗਾਣ ਦਾ ਮਤਲਬ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ, ਮਨ, ਬਚਨ ਔਰ ਕਰਮ ਕਰਕੇ। ਜੋ ਬੰਦਾ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ, ਰੱਬ ਉਹਨੂੰ ਪਾਰ ਉਤਾਰ ਦਿੰਦਾ ਹੈ। ਹੁਣ ਦੇਖੋ ਕਿੰਨਾ ਸੌਖਾ ਹੋ ਗਿਆ ਨਾ ਪਾਰ ਉਤਰਨਾ, ਕਿੰਨਾ ਸੌਖਾ ਹੋ ਗਿਆ ਪਾਰ ਉਤਰਨਾ ਕਿ ਗੁਣਾਂ ਦੇ ਧਾਰ ਨਹੀਂ ਹੋਣਾ ਹੈ, ਰੱਬੀ ਗੁਣਾਂ ਦੀ ਗੱਲ ਕਰਨੀ। ਔਗਣ ਆਪੇ ਖਤਮ ਹੋ ਜਾਣਗੇ, ਅਗਿਆਨਤਾ ਮਿਟ ਜਾਏਗੀ। ਜੇ ਗੁਣਾਂ ਦੀ ਜ਼ਿੰਦਗੀ ਜੀਵਾਂਗੇ ਤਾਂ ਅਗਿਆਨਤਾ ਦਾ ਹਨੇਰਾ ਮਿਟੇਗਾ ਔਰ ਸਾਡੀ ਜ਼ਿੰਦਗੀ ਦੇ ਵਿੱਚੋਂ ਔਗਣ ਮਿਟਣਗੇ। ਅਸੀਂ ਸੁਖ ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਹਾਸਲ ਕਰ ਲਵਾਂਗੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਵਿਕਾਰਾਂ ਪਾਪਾਂ ਤੋਂ ਬਚੀਏ ਤਾਂ ਸਾਨੂੰ ਰੱਬੀ ਗੁਣਾਂ ਦੇ ਨਾਲ ਜੁੜਨ ਦੀ ਹਿਦਾਇਤ ਗੁਰਦੇਵ ਪਾਤਸ਼ਾਹ ਕਰ ਰਿਹਾ। ਗੁਰ ਸ਼ਬਦੀ ਮਨ ਨਿਰਮਲਾ ਹਉਮੈ ਛੱਡ ਵਿਕਾਰੀ। ਜਿਨ੍ਹਾਂ ਦਾ ਮਨ ਸਤਿਗੁਰ ਦੇ ਸ਼ਬਦ ਰਾਹੀਂ ਹਉਮੈ ਔਰ ਵਿਕਾਰ ਨੂੰ ਛੱਡ ਕੇ ਪਵਿੱਤਰ ਹੋ ਜਾਂਦਾ ਹੈ। ਗੁਰ ਸ਼ਬਦੀ ਮਨ ਨਿਰਮਲਾ ਹਉਮੈ ਛੱਡ ਵਿਕਾਰੀ। ਹਉਮੈ ਛੱਡ ਦਿੱਤੀ, ਵਿਕਾਰ ਛੱਡ ਦਿੱਤੇ ਔਰ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ, ਗਿਆਨ ਰਾਹੀਂ ਮਨ ਜਿਨ੍ਹਾਂ ਦਾ ਨਿਰਮਲ ਹੋ ਜਾਂਦਾ ਹੈ, ਉਹਨਾਂ ਦੀ ਨਿਸ਼ਾਨੀ ਫਿਰ ਕੀ ਹੈ? ਹਰ ਹਰ ਨਾਮ ਧਿਆਈਐ, ਹਰ ਹਰ ਨਿਸਤਾਰੀ। ਤਾਂ ਫਿਰ ਗੁਰੂ ਦੇ ਸ਼ਬਦ ਰਾਹੀਂ ਹਰ ਹਰ ਨਾਮ ਧਿਆਈਐ, ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖਣਾ, ਨਾਮ ਦਾ ਮਤਲਬ ਰੱਬ ਦਾ ਹੁਕਮ। ਤਾਂ ਹਰੀ ਦੇ ਨਾਮ ਨੂੰ, ਰੱਬੀ ਹੁਕਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਹਰ ਹਰ ਨਿਸਤਾਰੀ ਦਾ ਮਤਲਬ ਇਸ ਤਰ੍ਹਾਂ ਪ੍ਰਭੂ ਸਾਨੂੰ ਇਸ ਸੰਸਾਰ ਤੋਂ ਪਾਰ ਕਰ ਦਿੰਦਾ ਹੈ। ਤਾਂ ਇਹਦੇ ਵਾਸਤੇ ਸਾਡੇ ਕੋਲ ਸਾਧਨ ਕੀ ਆਇਆ ਕਿ ਅਸੀਂ ਗੁਰੂ ਸ਼ਬਦ ਰਾਹੀਂ ਹਉਮੈ ਔਰ ਵਿਕਾਰਾਂ ਨੂੰ ਛੱਡਣਾ ਹੈ ਤੇ ਮਨ ਨਿਰਮਲ ਹੋ ਜਾਣਾ ਹੈ। ਹੁਣ ਜਦੋਂ ਅਸੀਂ ਗੁਰੂ ਸ਼ਬਦ ਨੂੰ ਅਪਣਾਵਾਂਗੇ, ਗੁਰੂ ਸ਼ਬਦ ਦਾ ਮਤਲਬ ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਗਿਆਨ ਜਾਂ ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ, ਜਦੋਂ ਅਸੀਂ ਉਸ ਨੂੰ ਅਪਣਾਵਾਂਗੇ ਤਾਂ ਸਾਡੇ ਅੰਦਰੋਂ ਈਗੋ, ਵਿਕਾਰ ਖਤਮ ਹੋ ਜਾਣਗੇ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਹਨ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਸਾਨੂੰ ਚਾਹੀਦਾ ਹੈ ਅਸੀਂ ਹਮੇਸ਼ਾ ਰੱਬੀ ਹੁਕਮ ਦੇ ਅੰਦਰ ਤੁਰੀਏ। ਰੱਬੀ ਹੁਕਮ ਦੇ ਅੰਦਰ ਤੁਰਿਆ
ਪ੍ਰਭੂ ਸਾਨੂੰ ਇਹਨਾਂ ਵਿਕਾਰਾਂ ਤੋਂ, ਦੁੱਖਾਂ ਤੋਂ ਪਾਰ ਕਰ ਦਿੰਦਾ ਹੈ। ਸ਼ਲੋਕ। ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਪਾਏ। ਇਹਨੂੰ ਦਸਵੈ ਨਹੀਂ ਪੜਨਾ, ਦਸਵੇਂ ਬਿੰਦੀ ਲਗਾ ਕੇ, ਔਰ ਸੰਕੜਾ ਨਹੀਂ ਪੜਨਾ, ਸੰਕੁੜਾ, ਕੱਕੇ ਥਲੇ ਔਂਕੜ ਦੀ ਆਵਾਜ਼ ਆਏਗੀ। ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਪਾਏ। ਮੁਕਤ ਦਾ ਮਤਲਬ ਮਾਇਆ ਦੇ ਮੋਹ ਤੋਂ ਖੁਲਾਸੀ ਪਾਣਾ, ਵਿਕਾਰਾਂ ਤੋਂ ਬਚਣਾ। ਸੰਕੁੜਾ ਦਾ ਮਤਲਬ ਸੁੰਗੜਿਆ ਹੋਇਆ, ਬਿਲਕੁਲ ਸੌੜਾ ਜਿਹਾ। ਦਸਵੇਂ ਪਾਏ ਦਾ ਮਤਲਬ 10ਵੇਂ ਹਿੱਸੇ ਜਿੰਨਾ, ਜਿਵੇਂ ਇੱਕ ਚੀਜ਼ ਦੇ 10 ਹਿੱਸੇ ਕਰ ਦਿੱਤੇ ਜਾਣ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਕਬੀਰ ਜੀ ਕਹਿੰਦੇ ਨੇ ਕਿ ਮਾਇਆ ਦੇ ਮੋਹ ਤੋਂ ਖੁਲਾਸੀ ਪਾਣ ਦਾ ਜਿਹੜਾ ਦਰਵਾਜ਼ਾ ਹੈ, ਉਹ ਮਾਨੋ ਇੰਨਾ ਸੌੜਾ ਹੈ ਕਿ ਰਾਈ ਦੇ ਦਾਣੇ ਤੋਂ 10ਵਾਂ ਹਿੱਸਾ। ਹੁਣ ਰਾਈ ਦਾ ਦਾਣਾ ਕਿੰਨਾ ਹੁੰਦਾ? ਨਿੱਕਾ ਜਿਹਾ, ਨਿੱਕਾ ਜਿਹਾ। ਤੇ ਜੇ ਉਹਦੇ ਵੀ 10 ਟੁਕੜੇ ਕਰ ਦਿੱਤੇ ਜਾਣ ਤੇ ਉਹ ਕਿੰਨਾ ਹੋ ਜਾਏਗਾ? ਬਿਲਕੁਲ ਛੋਟਾ ਜਿਹਾ ਹੋ ਗਿਆ ਨਾ। ਹੁਣ ਜਿਹੜੇ ਦਰਵਾਜ਼ੇ ਚੋਂ ਲੰਘ ਕੇ ਮੁਕਤੀ ਵਿੱਚ ਜਾਣਾ ਹੈ, ਯਾਨੀ ਵਿਕਾਰਾਂ ਤੋਂ ਪਾਰ ਲੰਘਣਾ ਹੈ, ਮਾਇਆ ਦੇ ਮੋਹ ਤੋਂ ਖੁਲਾਸੀ ਪਾਣੀ ਹੈ, ਉਹ ਦਰਵਾਜ਼ਾ ਰਾਈ ਦੇ ਦਾਣੇ ਤੋਂ 10ਵਾਂ ਹਿੱਸਾ ਛੋਟਾ ਹੈ। ਤੇ ਕਬੀਰ ਜੀ ਕਹਿੰਦੇ ਨੇ, ਮਨ ਤੋਂ ਮੈਗਲ ਹੋਏ ਰਹਿਓ, ਮਨ ਤੋਂ ਮੈਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ। ਮੈਗਲ ਦਾ ਮਤਲਬ ਹੈ ਹਾਥੀ, ਮਸਤ ਹਾਥੀ। ਕਿਉਂਕਰ ਦਾ ਮਤਲਬ ਕਿਵੇਂ। ਹੁਣ ਮਨ ਜਿਹੜਾ ਹੈ ਉਹ ਹਉਮੈ ਦੇ ਨਾਲ ਫੁੱਲ ਕੇ ਹਾਥੀ ਬਣਿਆ ਪਿਆ, ਇਹਦੇ ਵਿੱਚੋਂ ਕਿਵੇਂ ਲੰਘੇ। ਜਿਹੜਾ ਮੁਕਤੀ ਦਾ ਦਰ ਹੈ, ਜੋ ਮਾਇਆ ਦੇ ਮੋਹ ਤੋਂ ਖੁਲਾਸੀ ਪਾ ਕੇ ਜਿੱਥੇ ਮੁਕਤੀ ਵਿੱਚ ਜਾਣਾ ਹੈ, ਮੁਕਤ ਹੋਣਾ ਹੈ, ਉਹ ਰਾਹ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ ਛੋਟਾ ਹੈ, ਉਹਦੇ ਵਿੱਚੋਂ ਲੰਘਣਾ ਹੈ। ਤੇ ਕਬੀਰ ਜੀ ਕਹਿੰਦੇ ਨੇ, ਮਨ ਫੁੱਲ ਕੇ ਹਾਥੀ ਬਣਿਆ ਪਿਆ ਹੈ, ਹੁਣ ਹਾਥੀ ਉਹਦੇ ਵਿੱਚੋਂ ਕਿਵੇਂ ਲੰਘੇ। ਭਾਵ ਕਿ ਮੁਕਤੀ ਦੇ ਦਰ ਤੱਕ ਤੇ ਪਹੁੰਚਣਾ ਸੀ ਨਿਮਰਤਾ ਦੇ ਨਾਲ, ਤੇ ਨਿਮਰਤਾ ਹੈ ਨਹੀਂ। ਅਸੀਂ ਹੰਕਾਰ ਦੇ ਨਾਲ ਫੁੱਲ ਕੇ ਹਾਥੀ ਬਣੇ ਹੋਏ ਹਾਂ। ਹੁਣ ਹੰਕਾਰ ਦੇ ਨਾਲ ਹਾਥੀ ਦੀ ਤਰ੍ਹਾਂ ਫੁੱਲਿਆ ਹੋਇਆ ਬੰਦਾ ਨਿਮਰਤਾ ਧਾਰਨ ਨਹੀਂ ਕਰਦਾ, ਤੇ ਜਦ ਤੱਕ ਨਿਮਰਤਾ ਧਾਰਨ ਨਹੀਂ ਕਰਦਾ, ਉਦ ਤੱਕ ਵਿਕਾਰਾਂ ਤੋਂ ਮੁਕਤ ਕਿਵੇਂ ਹੋਵੇ। ਅਗਲਾ ਬਚਨ ਕਰਦੇ ਨੇ, ਫਿਰ ਇਹਦਾ ਇਲਾਜ ਦੱਸਦੇ ਨੇ ਪਏ। ਐਸਾ ਸਤਿਗੁਰ ਜੇ ਮਿਲੇ, ਤੁਠਾ ਕਰੇ ਪਸਾਓ। ਤੁਠਾ ਦਾ ਮਤਲਬ ਪ੍ਰਸੰਨ ਹੋ ਕੇ, ਪਸਾਓ ਦਾ ਮਤਲਬ ਕਿਰਪਾ। ਐਸਾ ਸਤਿਗੁਰ ਜੇ ਮਿਲੇ ਦਾ ਮਤਲਬ ਜੇ ਕੋਈ ਅਜਿਹਾ ਗੁਰੂ ਮਿਲ ਪਏ ਜੋ ਪ੍ਰਸੰਨ ਹੋ ਕੇ ਕਿਰਪਾ ਕਰੇ, ਤਰੁੱਠ ਕੇ ਗਿਆਨ ਦੀ ਦਾਤ ਦੇਵੇ, ਵੇ ਆਫ ਲਾਈਫ ਦੱਸੇ, ਮੁਕਤ ਦੁਆਰਾ ਮੁਕਲਾ, ਸਹਜੇ ਆਵੋ ਜਾਓ। ਤਾਂ ਮੁਕਤੀ ਦਾ ਰਾਹ ਬੜਾ ਖੁੱਲਾ ਹੋ ਜਾਂਦਾ ਹੈ, ਉਸ ਵਿੱਚੋਂ ਸੌਖੇ ਹੀ ਫਿਰ ਆ ਜਾ ਸਕਦੇ। ਜੇ ਕੋਈ ਐਸਾ ਗੁਰੂ ਮਿਲੇ ਜੋ ਤਰੁੱਠ ਕੇ ਉਪਦੇਸ਼ ਕਰੇ, ਗਿਆਨ ਦੀ ਦਾਤ ਦੇਵੇ, ਜੀਵਨ ਦਾ ਢੰਗ ਦੱਸੇ, ਤਾਂ ਫਿਰ ਮੁਕਤੀ ਦਾ ਦੁਆਰਾ ਮੋਕਲਾ ਹੋ ਸਕਦਾ ਹੈ, ਖੁੱਲਾ ਹੋ ਸਕਦਾ ਹੈ, ਤੇ ਆਰਾਮ ਦੇ ਨਾਲ ਤੁਸੀਂ ਉਹਦੇ ਵਿੱਚੋਂ ਆ ਜਾ ਸਕਦੇ ਹੋ। ਲੇਕਿਨ ਹੁਣ ਇੱਥੇ ਕਈ ਵਾਰ ਹੋ ਸਕਦਾ ਹੈ ਵੀ ਕਿਸੇ ਦੀ ਸਮਝ ਵਿੱਚ ਇਹ ਚੀਜ਼ ਨਾ ਆਏ, ਇਸ ਲਈ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਸ਼ਲੋਕ ਨੂੰ ਹੋਰ ਖੋਲ ਦਿੱਤਾ ਹੈ। ਆਪ ਕਹਿੰਦੇ ਨੇ, ਨਾਨਕ ਮੁਕਤ ਦੁਆਰਾ ਅਤ ਨੀਕਾ। ਹੁਣ ਸਵਾਲ ਹੋਏਗਾ ਨਾ ਕਿ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ ਦਰਵਾਜ਼ਾ, ਤੇ ਮੋਕਲਾ ਕਿਵੇਂ ਹੋ ਜਾਏਗਾ। ਉਹਨੇ ਤੇ ਉਹਨਾਂ ਹੀ ਰਹਿਣਾ ਹੈ, ਮੋਕਲਾ ਕਿਵੇਂ ਹੋ ਜਾਏਗਾ। ਹੋ ਸਕਦਾ ਹੈ ਕਿਸੇ ਦੀ ਸਮਝ ਵਿੱਚ ਨਾ ਚੀਜ਼ ਆਈ ਹੋਈ, ਇਸ ਲਈ ਗੁਰੂ ਜੀ ਨੇ ਉਹਨੂੰ ਹੋਰ ਚੰਗੀ ਤਰ੍ਹਾਂ ਖੋਲ ਦਿੱਤਾ ਹੈ। ਨਾਨਕ ਮੁਕਤ ਦੁਆਰਾ ਅਤ ਨੀਕਾ। ਅਤ ਨੀਕਾ ਦਾ ਮਤਲਬ ਬਹੁਤ ਛੋਟਾ, ਨਾਨਾ ਹੋਏ ਸੁਜਾਏ। ਨਾਨਾ ਦਾ ਮਤਲਬ ਹੋਰ ਨਿੱਕਾ, ਨਿੱਕੇ ਤੋਂ ਨਿੱਕਾ। ਸੋ ਜਾਏ ਦਾ ਮਤਲਬ ਉਹਦੇ ਵਿੱਚੋਂ ਉਹ ਲੰਘ ਸਕਦਾ ਹੈ। ਇਹ ਨਾਨਕ, ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਾਸਤਾ ਬਹੁਤ ਨਿੱਕਾ ਜਿਹਾ ਹੈ, ਤੇ ਉਹ ਇਹਦੇ ਵਿੱਚੋਂ ਲੰਘ ਸਕਦਾ ਹੈ ਜੋ ਹੋਰ ਨਿੱਕਾ ਹੋ ਜਾਏ। ਮੰਨ ਲਓ ਮੁਕਤੀ ਦਾ ਦਰਵਾਜ਼ਾ ਜਿਸ ਦੇ ਵਿੱਚੋਂ ਲੰਘਣਾ ਹੈ, ਉਹ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ ਹੈ, ਤੇ ਤੁਸੀਂ ਰਾਈ ਦੇ ਦਾਣੇ ਦੇ 12ਵੇਂ ਹਿੱਸੇ ਜਿੰਨਾ ਬਣ ਜਾਓ, ਤਾਂ ਦਰਵਾਜ਼ਾ ਮੋਕਲਾ ਹੋ ਗਿਆ ਨਾ ਆਪੀ। ਤੁਸੀਂ ਹੋਰ ਨੀਵੇਂ ਹੋ ਗਏ, ਤਾਂ ਆਰਾਮ ਨਾਲ ਲੰਘ ਜਾਓਗੇ। ਨਾਨਾ ਹੋਏ ਸਜਾਏ ਦਾ ਮਤਲਬ ਜੋ ਹੋਰ ਨਿੱਕਾ ਹੋ ਜਾਂਦਾ ਹੈ, ਜੋ ਨਿਮਰਤਾ ਧਾਰਨ ਕਰਦਾ ਹੈ,
ਉਹ ਉਹਦੇ ਵਿੱਚੋਂ ਲੰਘ ਸਕਦਾ ਹੈ। ਯਾਨੀ ਜੇ ਅਸੀਂ ਵਿਕਾਰਾਂ ਤੋਂ ਖੁਲਾਸੀ ਪਾਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਹੰਕਾਰ ਛੱਡ ਕੇ ਨਿਮਰਤਾ ਧਾਰਨ ਕਰਨੀ ਹੋਵੇਗੀ। ਨਾਨਾ ਹੋਇ ਸੁਜਾਏ, ਹਉਮੈ ਮਨ ਅਸਥੂਲ ਹੈ ਕਿਉਂ ਕਰ ਵਿਚਦੇ ਜਾਏ। ਵਿਚਦੇ ਦਾ ਮਤਲਬ ਵਿੱਚੋਂ ਦੀ, ਅਸਥੂਲ ਦਾ ਮਤਲਬ ਬਹੁਤ ਵੱਡਾ ਭਾਰਾ। ਮਨ ਹਉਮੈ ਦੇ ਨਾਲ ਮੋਟਾ ਹੋਇਆ ਪਿਆ ਹੈ, ਭਾਰਾ ਹੋਇਆ ਪਿਆ ਹੈ। ਇਸ ਨਿੱਕੇ ਦਰਵਾਜ਼ੇ ਦੇ ਵਿੱਚੋਂ ਕਿਵੇਂ ਲੰਘ ਸਕਦਾ ਹੈ? ਯਾਨੀ ਜੇ ਹੰਕਾਰ ਹੈ, ਹਉਮੈ ਹੈ, ਤਾਂ ਫਿਰ ਅਸੀਂ ਪ੍ਰਭੂ ਤੱਕ ਨਹੀਂ ਪਹੁੰਚ ਸਕਦੇ, ਗੁਣਾਂ ਦੇ ਧਾਰਨੀ ਨਹੀਂ ਹੋ ਸਕਦੇ, ਸਾਡਾ ਆਪਸੀ ਤਾਲਮੇਲ ਵੀ ਨਹੀਂ ਬਣ ਸਕਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਏ। ਹਰਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇਂ। ਇਹ ਹਉਮੈ ਔਰ ਪ੍ਰਭੂ ਦਾ ਨਾਮ ਜਾਂ ਰੱਬੀ ਗੁਣ ਇੰਜ ਨੇ ਜਿਵੇਂ ਇੱਕ ਹਨੇਰਾ ਹੋਵੇ ਔਰ ਇੱਕ ਚਾਨਣਾ ਹੋਵੇ। ਪ੍ਰਭੂ ਦਾ ਹੁਕਮ ਰੱਬੀ ਗੁਣ ਚਾਨਣਾ ਹੈ, ਹਉਮੈ ਹਨੇਰਾ ਹੈ। ਇਹਨਾਂ ਦੋਵਾਂ ਦਾ ਮਿਲਾਪ ਹੋ ਹੀ ਨਹੀਂ ਸਕਦਾ। ਇਸ ਲਈ ਗੁਰੂਦੇਵ ਪਾਤਸ਼ਾਹ ਕਹਿੰਦੇ ਨੇ, ਜੇ ਮਨ ਹਉਮੈ ਦੇ ਨਾਲ ਅਸਥੂਲ ਹੋਇਆ ਹੈ ਤਾਂ ਉਹ ਵਿਕਾਰਾਂ ਤੋਂ ਖੁਲਾਸੀ ਨਹੀਂ ਪਾ ਸਕੇਗਾ। ਸਤਿਗੁਰ ਮਿਲਿਆ, ਹਉਮੈ ਗਈ, ਜੋਤ ਰਹੀ ਸਭ ਆਏ। ਜੋਤ ਦਾ ਮਤਲਬ ਚਾਨਣਾ, ਜੋਤ ਰਹੀ ਸਭ ਆਏ ਦਾ ਮਤਲਬ ਮਨ ਦੇ ਵਿੱਚ ਆ ਗਈ। ਸਤਿਗੁਰ ਮਿਲਿਆ, ਇਹਨੂੰ ਮਿਲੀਏ ਨਹੀਂ ਪੜਨਾ, ਮਿਲਿਆ। ਮਿਲਿਆ ਦਾ ਮਤਲਬ ਮਿਲਨ ਕਰਕੇ। ਜਦੋਂ ਗੁਰੂ ਮਿਲਿਆ ਔਰ ਗੁਰੂ ਮਿਲਿਆ ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਅੰਦਰ ਪ੍ਰਭੂ ਆਪ ਆਵਸਤਾ ਹੈ, ਅੰਦਰ ਰੱਬੀ ਗੁਣ ਵਸ ਜਾਂਦੇ ਨੇ। ਕਦੋਂ? ਜਦੋਂ ਹਉਮੈ ਚਲੀ ਗਈ ਤਾਂ ਗੁਰੂ ਦੇ ਮਿਲਾਪ ਰਾਹੀਂ ਸਾਡੀ ਜ਼ਿੰਦਗੀ ਚੋਂ ਹਉਮੈ ਜਾਏਗੀ, ਮਨ ਦੀ ਮੱਤ ਜਾਏਗੀ। ਹਉਮੈ ਜਾਣ ਦਾ ਮਤਲਬ ਮਨ ਦੀ ਮੱਤ ਚਲੀ ਜਾਣਾ। ਜਦੋਂ ਮਨ ਦੀ ਮੱਤ ਚਲੀ ਗਈ, ਈਗੋ ਚਲੀ ਗਈ, ਮੇਰ ਤੇਰ ਚਲਾ ਗਿਆ, ਤਾਂ ਚਾਰ ਚੁਫੇਰੇ ਫਿਰ ਪ੍ਰਭੂ ਹੀ ਦਿਸਦਾ ਹੈ। ਭਗਤ ਕਬੀਰ ਜੀ ਦਾ ਬੜਾ ਪਿਆਰਾ ਸ਼ਲੋਕ ਹੈ, कबीर तू तू करता तू हुआ, मुझ में रहा ना हूं, जब आपा पर का मिट गया, जत देखो तत तू। कि मेरे विच मैं नहीं रही और अपने पराए दे वितकरे मिट गए। जदों मेरे अंदरों ईगो मिटी, अपने पराए दे वितकरे मिटे, ਤਾਂ ਫਿਰ ਮੈਂ ਜਿੱਧਰ ਵੇਖਦਾ ਤੂੰ ਦਿਸਦਾ ਹੈ, ਤੇਰਾ ਹੀ ਤੇਰਾ ਰੂਪ ਨਜ਼ਰੀ ਪੈਂਦਾ ਹੈ, ਫਿਰ ਕੋਈ ਬੇਗਾਨਾ ਨਹੀਂ ਦਿਸਦਾ। ਤਾਂ ਗੁਰੂ ਦੇ ਮਿਲਾਪ ਰਾਹੀਂ ਸਾਡੀ ਜ਼ਿੰਦਗੀ ਚੋਂ ਈਗੋ ਚਲੀ ਜਾਂਦੀ ਹੈ। ਜਦੋਂ ਈਗੋ ਚਲੀ ਜਾਏ ਤਾਂ ਉਦੋਂ ਸਾਨੂੰ ਪ੍ਰਭੂ ਦੀ ਜੋਤ ਅੰਦਰ ਬਾਹਰ ਪ੍ਰਤੀਤ ਹੁੰਦੀ ਹੈ। ਇਹ ਜੀਉ ਸਦਾ ਮੁਕਤ ਹੈ, ਸਹਿਜੇ ਰਹਾ ਸਮਾਏ। ਜੀਉ ਦਾ ਮਤਲਬ ਜਿੰਦ, ਮਨੁੱਖ। ਫਿਰ ਇਹ ਮਨੁੱਖ ਸਦਾ ਲਈ ਮੁਕਤ ਹੋ ਜਾਂਦਾ ਹੈ। ਫਿਰ ਇਸ ਮਨੁੱਖ ਦਾ ਮਨ ਸਦਾ ਵਾਸਤੇ ਮੁਕਤ ਹੋ ਜਾਂਦਾ ਹੈ ਵਿਕਾਰਾਂ ਤੋਂ। ਸਹਿਜੇ ਰਿਹਾ ਸਮਾਏ ਦਾ ਮਤਲਬ ਫਿਰ ਇਹ ਆਤਮਕ ਅਡੋਲਤਾ ਦੇ ਅੰਦਰ ਸਮਾ ਜਾਂਦਾ ਹੈ। ਜਦੋਂ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਆਪਣੇ ਮਨ ਦੀ ਮੱਤ ਤਿਆਗਦਾ ਹੈ, ਗੁਰੂ ਦੇ ਦਿੱਤੇ ਵੇ ਉਹ ਲਾਈਫ ਨੂੰ ਅਪਣਾਉਂਦਾ ਹੈ, ਤਾਂ ਫਿਰ ਇਹ ਸਦਾ ਵਾਸਤੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਔਰ ਆਤਮਕ ਅਡੋਲਤਾ ਦੇ ਅੰਦਰ ਟਿਕ ਜਾਂਦਾ ਹੈ। ਫਿਰ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ ਔਰ ਉਹ ਬੰਦਾ ਜੀਵਤ ਮੁਕਤ ਹੋ ਜਾਂਦਾ ਹੈ, ਜੀਵਨ ਮੁਕਤੀ ਪਾ ਲੈਂਦਾ ਹੈ। ਉਹ ਚਾਰ ਚੁਫੇਰੇ ਉਸ ਪ੍ਰਭੂ ਨੂੰ ਪਸਰਿਆ ਹੋਇਆ ਤੱਕਦਾ ਹੈ। ਹਰ ਇੱਕ ਦੇ ਅੰਦਰ ਉਹਨੂੰ ਪ੍ਰਭੂ ਨਜ਼ਰੀ ਪੈਂਦਾ ਹੈ ਔਰ ਉਹਦੇ ਬਿਹੇਵੀਅਰ ਦੇ ਅੰਦਰ ਇਹ ਸਾਰੇ ਦੇ ਸਾਰੇ ਗੁਣ ਆ ਜਾਂਦੇ ਨੇ। ਅਵਗੁਣਾਂ ਤੋਂ, ਵਿਕਾਰਾਂ ਤੋਂ ਉਹ ਖਲਾਸੀ ਪਾ ਲੈਂਦਾ ਹੈ। ਤਾਂ ਅਵਗੁਣਾਂ ਤੋਂ ਖਲਾਸੀ ਪਾ ਲੈਣੀ, ਮਾਇਆ ਮੋਹ ਤੋਂ ਖਲਾਸੀ ਪਾ ਲੈਣੀ ਹੀ ਮੁਕਤੀ ਹੈ ਔਰ ਉਹ ਬੰਦਾ ਸਦਾ ਵਾਸਤੇ ਫਿਰ ਮੁਕਤ ਹੋ ਜਾਂਦਾ। ਪੌੜੀ। ਪ੍ਰਭ ਸੰਸਾਰ ਉਪਾਏ ਕੈ, ਵਸ ਆਪਣੇ ਕੀਤਾ। ਪ੍ਰਭੂ ਨੇ ਜਗਤ ਪੈਦਾ ਕਰਕੇ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਆਪਣੇ ਵਸ ਵਿੱਚ ਕਰਨ ਦਾ ਮਤਲਬ ਕਿ ਆਪਣੇ ਹੁਕਮ ਅੰਦਰ ਚਲਾ ਰਿਹਾ ਹੈ। ਹੁਕਮ ਦਾ ਮਤਲਬ ਹੁਕਮ, ਰਜਾ, ਭਾਣਾ, ਲੇਖ। ਇਹਦਾ ਮਤਲਬ ਸਿਸਟਮ, ਲਾ ਆਫ ਨੇਚਰ। ਇਹ ਸਾਰਾ ਜਗਤ ਲਾ ਆਫ ਨੇਚਰ ਦੇ ਅੰਦਰ ਕੰਮ ਕਰ ਰਿਹਾ ਹੈ, ਰੱਬੀ ਹੁਕਮ ਦੇ ਅੰਦਰ ਕੰਮ ਕਰ ਰਿਹਾ ਹੈ। ਕੋਈ ਵੀ ਸ਼ਬਦ ਆਪ ਵਰਤ ਸਕਦੇ ਹੋ। ਰੱਬ ਦੀ ਰਜ਼ਾ ਦੇ ਅੰਦਰ ਪੂਰੇ ਦਾ ਪੂਰਾ ਸੰਸਾਰ ਕੰਮ ਕਰ ਰਿਹਾ ਹੈ। ਰਜ਼ਾ ਭਾਣੇ ਤੋਂ ਉਲਟ, ਲਾ ਆਫ ਨੇਚਰ ਤੋਂ ਉਲਟ, ਇਸ ਕੁਦਰਤ ਦੇ ਸਿਸਟਮ ਤੋਂ ਉਲਟ ਕੁਝ ਵੀ ਕੀਤਾ ਨਹੀਂ ਜਾ ਸਕਦਾ। ਸਾਰਾ ਸੰਸਾਰ ਰੱਬੀ ਹੁਕਮ ਦੇ ਅੰਦਰ ਕਾਰ ਕਰ ਰਿਹਾ ਹੈ। ਗਣਤੈ ਪ੍ਰਭੂ ਨਾ ਪਾਈਐ,
ਦੂਜੇ ਪਰਮੀਤਾ। ਗਣਤੇ ਦਾ ਮਤਲਬ ਗਿਣਤੀਆਂ ਮਿਣਤੀਆਂ ਨਾਲ, ਚਤੁਰਾਈਆਂ ਦੇ ਨਾਲ, ਤੇ ਦੂਜੇ ਦਾ ਮਤਲਬ ਦੁਐਤ ਵਿੱਚ, ਪਰਮੀਤਾ ਦਾ ਮਤਲਬ ਭਟਕਦਾ ਰਹਿੰਦਾ ਹੈ। ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਨਾ, ਇਹਨਾਂ ਗਿਣਤੀਆਂ ਮਿਣਤੀਆਂ ਦੇ ਨਾਲ ਪ੍ਰਭੂ ਨਹੀਂ ਪਾਇਆ ਜਾਂਦਾ। ਜੇ ਕੋਈ ਕਹੇ ਕਿ ਅੱਜ ਮੈਂ ਇੰਨੀਆਂ ਮਾਲਾ ਫੇਰ ਲਈਆਂ ਨੇ, ਮੈਂ ਇੰਨੇ ਪਾਠ ਕਰ ਲਏ ਨੇ, ਇੰਨੇ ਤੀਰਥਾਂ ਤੇ ਜਾ ਆਇਆ, ਇੰਨੇ ਮੈਂ ਜਪ ਕਰ ਲਏ ਨੇ, ਇੰਨੇ ਤਪ ਕਰ ਲਏ ਨੇ, ਐਸੀਆਂ ਗਿਣਤੀਆਂ ਮਿਣਤੀਆਂ ਦੇ ਨਾਲ ਰੱਬ ਨਹੀਂ ਮਿਲਦਾ। ਜੇ ਲੇਖਾ ਜੋਖਾ ਕਰੀਏ ਤਾਂ ਲੇਖੇ ਜੋਖੇ ਦੇ ਨਾਲ ਕਦੇ ਬੰਦਾ ਛੁੱਟਦਾ ਨਹੀਂ। ਲੇਖਾ ਕਦੇ ਨਾ ਛੁੱਟੀ ਹੈ, ਖਿੰਨ ਖਿੰਨ ਭੂਲਨਹਾਰ। ਇਹ ਵਿਚਾਰ ਅਸੀਂ ਜਪਜੀ ਸਾਹਿਬ ਵਿੱਚ ਵੀ ਕਰ ਰਹੇ ਹਾਂ। ਇੱਕ ਦੂ ਜੀਵ ਹੂੰ ਲੱਖ ਹੂੰ ਹੈ, ਲੱਖ ਹੂੰ ਲੱਖ 20, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਇਹ ਤਰਾ ਪਤ ਪਵੜੀਆਂ ਚੜੀ ਹੈ ਹੋਏ 21। ਇਸ ਰਾਹ ਦੇ ਉੱਤੇ ਜੋ ਪਤੀ ਦੀਆਂ ਪੌੜੀਆਂ ਨੇ, ਉਹਨਾਂ ਤੇ ਮਾਨ ਰਹਿਤ ਹੋ ਕੇ ਚੜਿਆ ਜਾ ਸਕਦਾ ਹੈ, ਗਿਣਤੀਆਂ ਮਿਣਤੀਆਂ ਨਾਲ ਨਹੀਂ। ਗਿਣਤੀਆਂ ਮਿਣਤੀਆਂ ਦੇ ਨਾਲ ਤਾਂ ਸਗੋਂ ਹੋਰ ਹੋਮੇ ਵੱਧਦੀ ਹੈ। ਕਰਮ ਕਰਤ ਵਧੇ ਅਹਮੇਵ। ਕਰਮ ਕਾਂਡ ਕਰਨ ਨਾਲ ਹੋਰ ਹੋਮੇ ਵੱਧਦੀ ਹੈ ਕਿ ਮੈਂ ਇੰਨੇ ਚੰਗੇ ਕੰਮ ਕੀਤੇ ਨੇ, ਇੰਨੇ ਤੀਰਥਾਂ ਤੇ ਨਾ ਆਇਆ, ਹੋਰ ਹੋਮੇ ਵੱਧਦੀ ਹੈ। ਗਿਣਤੀਆਂ ਮਿਣਤੀਆਂ ਨਾਲ ਨਹੀਂ, ਚਲਾਕੀਆਂ ਦੇ ਨਾਲ ਨਹੀਂ। ਦੂਜੇ ਪਰਮੀਤਾ, ਸਗੋਂ ਦੁਐਤ ਦੇ ਅੰਦਰ ਬੰਦਾ ਭਟਕਦਾ ਹੈ। ਦੂਜੇ ਦਾ ਮਤਲਬ ਦੁਐਤ ਭਾਵ, ਬੰਦਾ ਅੰਦਰੋਂ ਹੋਰ ਬਣਿਆ ਰਹਿੰਦਾ ਹੈ, ਬਾਹਰੋਂ ਹੋਰ ਬਣਿਆ ਰਹਿੰਦਾ ਹੈ। ਆਪਣੇ ਪਰਾਏ ਦੇ ਵਿਤਕਰੇ ਟਿਕੇ ਰਹਿੰਦੇ ਨੇ। ਆਪਣਿਆਂ ਨਾਲ ਵਿਹਾਰ ਹੋਰ ਤਰ੍ਹਾਂ ਦਾ, ਬੇਗਾਨਿਆਂ ਦੇ ਨਾਲ ਵਿਹਾਰ ਹੋਰ ਤਰ੍ਹਾਂ ਦਾ। ਇੱਕ ਸੱਚ ਨੂੰ ਛੱਡ ਕੇ ਬੰਦਾ ਹੋਰ ਹੋਰ ਥਾਵਾਂ ਦੇ ਉੱਤੇ ਭਟਕਦਾ ਰਹਿੰਦਾ ਹੈ। ਤਾਂ ਗਿਣਤੀਆਂ ਮਿਣਤੀਆਂ ਚਲਾਕੀਆਂ ਦੇ ਨਾਲ ਰੱਬ ਨਹੀਂ ਪਾਇਆ ਜਾਂਦਾ। ਸਗੋਂ ਗਿਣਤੀਆਂ ਮਿਣਤੀਆਂ ਚਲਾਕੀਆਂ ਚਤੁਰਾਈਆਂ ਦੇ ਨਾਲ ਬੰਦਾ ਦੁਐਤ ਭਾਵ ਦੇ ਅੰਦਰ ਭਟਕਦਾ ਰਹਿੰਦਾ ਹੈ। ਇਹਦੀ ਭਟਕਣਾ ਕਦੇ ਵੀ ਖਤਮ ਨਹੀਂ ਹੁੰਦੀ। ਸਤਿਗੁਰ ਮਿਲਿਆ ਜੀਵਤ ਮਰੈ, ਬੁੱਝ ਸੱਚ ਸਮੀਤਾ। ਜੀਵਤ ਮਰੈ ਦਾ ਮਤਲਬ ਜਿਉਂਦਾ ਹੀ ਮਰ ਜਾਏ। ਸੱਚ ਸਮੀਤਾ ਦਾ ਮਤਲਬ ਸੱਚ ਦੇ ਅੰਦਰ ਸਮਾ ਜਾਂਦਾ ਹੈ। ਸਤਿਗੁਰ ਮਿਲਿਆ ਦਾ ਮਤਲਬ ਗੁਰੂ ਦੇ ਮਿਲਾਪ ਸਦਕਾ। ਗੁਰੂ ਮਿਲਿਆ ਜੇ ਮਨੁੱਖ ਜਿਉਂਦਾ ਹੀ ਮਰੇ। ਜਿਉਂਦਾ ਮਰੇ ਦਾ ਮਤਲਬ ਆਪਣੀ ਹਉਮੈ ਨੂੰ ਛੱਡੇ, ਮਾਇਆ ਵਾਲੀ ਸੋਚ ਨੂੰ ਬਦਲੇ, ਬੁੱਝ ਸੱਚ, ਫਿਰ ਅਸਲੀਅਤ ਨੂੰ ਸਮਝ ਕੇ। ਸੱਚ ਸਮੀਤਾ ਦਾ ਮਤਲਬ ਫਿਰ ਸੱਚ ਦੇ ਅੰਦਰ ਸਮਾ ਜਾਂਦਾ ਹੈ, ਸੱਚ ਦੇ ਵਿੱਚ ਸਮਾ ਜਾਂਦਾ ਹੈ। ਬੁੱਝ ਦਾ ਮਤਲਬ ਸਮਝ ਕੇ, ਅਸਲੀਅਤ ਨੂੰ ਸਮਝ ਕੇ ਬੰਦਾ ਸੱਚ ਦੇ ਅੰਦਰ ਸਮਾ ਜਾਂਦਾ ਹੈ। ਤਾਂ ਇਸ ਪੰਕਤੀ ਦਾ ਭਾਵ ਕਿ ਗੁਰੂ ਦੇ ਮਿਲਾਪ ਕਰਕੇ ਜਿਸ ਮਨੁੱਖ ਦੇ ਅੰਦਰੋਂ ਈਗੋ ਹਉਮੈ ਖਤਮ ਹੁੰਦੀ ਹੈ, ਜੋ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਰੋਕ ਲੈਂਦਾ ਹੈ, ਉਹ ਫਿਰ ਅਸਲੀਅਤ ਨੂੰ ਸਮਝ ਲੈਂਦਾ ਹੈ ਕਿ ਜ਼ਿੰਦਗੀ ਦੀ ਅਸਲੀਅਤ ਕੀ ਹੈ, ਸੰਸਾਰ ਦੀ ਅਸਲੀਅਤ ਕੀ ਹੈ। ਅਸਲੀਅਤ ਨੂੰ, ਸੱਚ ਨੂੰ ਸਮਝ ਕੇ ਫਿਰ ਉਹ ਸੱਚ ਦੇ ਅੰਦਰ ਸਦਾ ਵਾਸਤੇ ਸਮਾ ਜਾਂਦਾ ਹੈ। ਤਾਂ ਗਿਣਤੀਆਂ ਮਿਣਤੀਆਂ ਚਤੁਰਾਈਆਂ ਵਿਖਾਵੇ ਦੇ ਪਾਠ ਪੂਜਾ ਨਾਲ, ਵਿਖਾਵੇ ਦੇ ਕਰਮ ਕਾਂਡਾਂ ਨਾਲ ਰੱਬ ਨਹੀਂ ਮਿਲਦਾ। ਗੁਰੂ ਨੂੰ ਮਿਲਣਾ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਲੈਣੀ ਹੈ, ਆਪਣੀ ਮੱਤ ਦਾ ਤਿਆਗ ਕਰਨਾ ਹੈ, ਗੁਰੂ ਦੀ ਮੱਤ ਦੇ ਧਾਰਨੀ ਹੋ, ਦੁਐਤ ਭਾਵ ਨੂੰ ਛੱਡ ਕੇ ਸੱਚ ਦੇ ਅੰਦਰ ਸਦਾ ਲਈ ਸਮਾ ਕੇ ਸਚਿਆਰ ਹੋ ਜਾਣਾ ਹੈ। ਐਸਾ ਇਨਸਾਨ ਜਿਉਂਦਿਆਂ ਹੀ ਪ੍ਰਭੂ ਦੇ ਅੰਦਰ ਸਮਾ ਜਾਂਦਾ ਹੈ। ਸ਼ਬਦੇ ਹਉਮੈ ਖੋਈਐ ਹਰ ਮੇਲ ਮਿਲੀਤਾ। ਸ਼ਬਦੇ ਹਉਮੈ ਖੋਈਐ ਮਤਲਬ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਹਉਮੈ ਖਤਮ ਹੋ ਜਾਂਦੀ ਹੈ। ਹਉਮੈ ਦਾ ਮਤਲਬ ਕਿ ਮੈਂ ਰੱਬੀ ਹੁਕਮ ਤੋਂ ਬਾਹਰ ਵੀ ਕੁਝ ਕਰ ਸਕਦਾ ਹਾਂ। ਅਸੀਂ ਜਪਜੀ ਸਾਹਿਬ ਵਿੱਚ ਪੜ੍ਹ ਆਏ ਨਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਜੇ ਹੁਕਮ ਨੂੰ ਬੰਦਾ ਬੁੱਝ ਲਵੇ, ਜਾਣ ਲੈ, ਸਮਝ ਲੈ ਕਿ ਰੱਬ ਦਾ ਜੋ ਸਿਸਟਮ ਹੈ, ਇਹਦੇ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਪੂਰੀ ਦੀ ਪੂਰੀ ਦੁਨੀਆ ਹੁਕਮ ਦੇ ਅੰਦਰ, ਰਜ਼ਾ ਦੇ ਅੰਦਰ, ਭਾਣੇ ਦੇ ਅੰਦਰ, ਲਾ ਆਫ ਨੇਚਰ ਦੇ ਅੰਦਰ ਕੰਮ ਕਰ ਰਹੀ ਹੈ। ਤਾਂ ਜਦੋਂ ਗੁਰੂ ਦਾ ਗਿਆਨ ਸਾਨੂੰ ਮਿਲਦਾ ਹੈ ਤਾਂ ਸਾਡੀ ਹਉਮੈ ਖਤਮ ਹੋ ਜਾਂਦੀ ਹੈ। ਇਹ ਚੀਜ਼ ਦੀ ਸਮਝ ਆ ਜਾਂਦੀ ਹੈ ਕਿ ਰੱਬੀ ਹੁਕਮ ਤੋਂ ਬਾਹਰ ਕੁਝ ਕੀਤਾ ਨਹੀਂ ਜਾ ਸਕਦਾ। ਤੇ ਗੁਰੂ ਜੀ ਨੇ ਪਾਵਨ ਬਚਨ ਵੀ ਕੀਤਾ ਹੈ ਕਿ ਜੇ ਕੋਈ ਕਹੇ ਕਿ ਮੈਂ ਹੁਕਮ ਤੋਂ ਬਾਹਰ ਕਰ ਸਕਦਾ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੇਤੀਆਂ ਮੁਖਾਏ। ਉਹਨੂੰ ਸ਼ਰਮਸਾਰ ਹੋਣਾ ਪਵੇਗਾ। ਜੇ ਕੋਈ ਮੂਰਖ ਬੰਦਾ ਇਹ ਕਹੇ
ਕਿ ਮੈਂ ਹੁਕਮ ਤੋਂ ਬਾਹਰ, ਰਜਾ ਤੋਂ ਬਾਹਰ, ਕੁਦਰਤ ਦੇ ਨਿਯਮ ਤੋਂ ਬਾਹਰ ਕੁਝ ਕਰ ਸਕਦਾ, ਤਾਂ ਫਿਰ ਨਮੋਸ਼ੀ ਹੋਏਗੀ ਨਾ, ਕਰ ਨਹੀਂ ਪਾਏਗਾ ਕੁਝ ਵੀ। ਤਾਂ ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਗਿਆਨ ਰਾਹੀਂ ਬੰਦੇ ਦੀ ਈਗੋ ਖਤਮ ਹੁੰਦੀ ਹੈ। ਤੇ ਜਦੋਂ ਈਗੋ ਖਤਮ ਹੋ ਜਾਏ, ਹਰ ਮੇਲ ਮਿਲੀਤਾ, ਉਦੋਂ ਪ੍ਰਭੂ ਦੇ ਨਾਲ ਮੇਲ ਹੋ ਜਾਂਦਾ ਹੈ। ਬਸ ਮੈਂ ਖਤਮ ਹੁੰਦਿਆਂ ਹੀ ਤੂੰ ਪ੍ਰਗਟ ਹੋ ਜਾਂਦਾ ਹੈ। ਫਿਰ ਚਾਰ ਚੁਫੇਰੇ ਤੂੰ ਹੀ ਤੂੰ ਹੈ, ਫਿਰ ਮੈਂ ਵੱਖਰਾ ਨਹੀਂ ਹਾਂ। ਫਿਰ ਇਹ ਸਮਝ ਆ ਜਾਂਦੀ ਹੈ ਕਿ ਮੈਂ ਰੱਬ ਨਾਲੋਂ ਵੱਖਰਾ ਨਹੀਂ ਹਾਂ। ਪਾਣੀ ਦਾ ਇੱਕ ਬੁਲਬੁਲਾ ਇਹ ਸਮਝ ਰਿਹਾ ਸੀ ਕਿ ਮੈਂ ਪਾਣੀ ਤੋਂ ਵੱਖਰਾ ਹਾਂ। ਇਹ ਅਗਿਆਨਤਾ ਹੈ ਨਾ ਉਹਦੀ, ਕਿ ਮੈਂ ਵੱਖਰਾ ਹਾਂ। ਹੁਣ ਪਾਣੀ ਦਾ ਬੁਲਬੁਲਾ ਪਾਣੀ ਤੋਂ ਵੱਖਰਾ ਨਹੀਂ ਹੈ। ਜੇ ਕਹਿੰਦਾ ਹੈ ਤਾਂ ਉਹ ਅਗਿਆਨਤਾ ਹੈ। ਪਾਣੀ ਦੀ ਲਹਿਰ ਪਾਣੀ ਨਾਲੋਂ ਵੱਖਰੀ ਨਹੀਂ ਹੈ। ਲਹਿਰ ਵੀ ਪਾਣੀ ਹੈ। ਸੋਨੇ ਦੇ ਗਹਿਣੇ ਸੋਨੇ ਨਾਲੋਂ ਵੱਖਰੇ ਨਹੀਂ ਹਨ। ਜੇ ਕੋਈ ਕੜਾ ਕਹੇ ਕਿ ਮੈਂ ਤੇ ਸੋਨੇ ਨਾਲੋਂ ਵੱਖਰਾ ਹਾਂ, ਤਾਂ ਇਹ ਕੜੇ ਦੀ ਮੂਰਖਤਾ ਹੋਏਗੀ। ਕੜਾ ਵੀ ਸੋਨਾ ਹੀ ਹੈ, ਸੋਨਾ ਵੀ ਸੋਨਾ ਹੈ, ਕੜਾ ਵੀ ਸੋਨਾ ਹੈ। ਤਾਂ ਇਸ ਤਰ੍ਹਾਂ ਜਦੋਂ ਹਉਮੈ ਖਤਮ ਹੋ ਜਾਂਦੀ ਹੈ ਨਾ, ਉਦੋਂ ਫਿਰ ਬੰਦਾ ਆਪਣੇ ਆਪ ਨੂੰ ਰੱਬ ਤੋਂ ਵੱਖਰਾ ਨਹੀਂ ਸਮਝਦਾ ਕਿ ਮੇਰੀ ਵੱਖਰੀ ਹੋਂਦ ਹੈ। ਰੱਬ ਤੋਂ ਆਪਣੀ ਵੱਖਰੀ ਹੋਂਦ ਮੰਨ ਲੈਣਾ ਹੀ ਹਉਮੈ ਹੈ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ। ਪ੍ਰਭੂ ਨਾਲੋਂ ਆਪਣੀ ਵੱਖਰੀ ਹੋਂਦ ਮੰਨ ਲੈਣਾ ਹੀ ਹਉਮੈ ਹੈ ਬੰਦੇ। ਤਾਂ ਜਦੋਂ ਹਉਮੈ ਖੋਈ ਜਾਂਦੀ ਹੈ, ਉਦੋਂ ਪ੍ਰਭੂ ਦੇ ਮੇਲ ਦੇ ਅੰਦਰ ਉਹ ਮਿਲ ਜਾਂਦਾ ਹੈ। ਸਭ ਕੁਛ ਜਾਣੈ ਕਰੇ ਆਪ, ਆਪੇ ਵਿਕਸਿਤਾ। ਤੇ ਫਿਰ ਉਸ ਬੰਦੇ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਸਭ ਕੁਝ ਪ੍ਰਭੂ ਆਪ ਹੀ ਜਾਣਦਾ ਹੈ, ਆਪ ਹੀ ਕਰਦਾ ਹੈ, ਤੇ ਆਪ ਹੀ ਵੇਖ ਕੇ ਖੁਸ਼ ਹੋ ਰਿਹਾ ਹੈ। ਆਪ ਹੀ ਵੇਖ ਕੇ ਖੁਸ਼ ਹੋ ਰਿਹਾ ਹੈ। ਹੁਣ ਇਹ ਗੱਲ ਸਮਝਣ ਵਾਲੀ ਹੈ, ਖੁਸ਼ ਹੋਣ ਵਾਲੀ, ਕਿਉਂਕਿ ਪ੍ਰਭੂ ਵਿਆਪਕ ਹੈ ਨਾ, ਚਾਰ ਚੀਜ਼ਾਂ ਆਪ ਹੀ ਫੈਲਿਆ ਹੋਇਆ ਹੈ। ਬੀਜ ਤੋਂ ਆਪ ਹੀ ਅਸਥੂਲ ਬਣ ਗਿਆ ਹੈ, ਸੂਖਸ਼ਮ ਤੋਂ ਆਪ ਅਸਥੂਲ ਹੋਇਆ ਹੈ। ਤੂੰ ਪੇੜ ਸ਼ਾਖ ਤੇਰੀ ਫੂਲੀ, ਤੂੰ ਸੂਖਮ ਹੋਆ ਅਸਥੂਲੀ। ਤੂੰ ਆਪ ਹੀ ਸੂਖਸ਼ਮ ਤੋਂ ਅਸਥੂਲ ਹੋਇਆ ਹੈ। ਤੂੰ ਆਪ ਹੀ ਨਿਰਾਕਾਰ ਤੋਂ ਸਾਕਾਰ ਹੋਇਆ ਹੈ। ਤਾਂ ਜਦ ਆਪ ਹੀ ਹੈ ਔਰ ਉਹਦੇ ਹੁਕਮ ਦੇ ਅੰਦਰ ਹੀ ਸਭ ਕੁਝ ਹੋ ਰਿਹਾ ਹੈ, ਤਾਂ ਉਹ ਜਾਣ ਰਿਹਾ ਹੈ ਕਿ ਕੀ ਹੋ ਰਿਹਾ ਹੈ। ਇਹ ਚੀਜ਼ ਨੂੰ ਥੋੜਾ ਸਮਝਣ ਦੀ ਟਰਾਈ ਕਰਨੀ ਹੈ। ਹੁਣ ਜਿਵੇਂ ਕਿਸੇ ਵੀ ਨੇਮ ਦੇ ਅੰਦਰ ਕੋਈ ਵੀ ਚੀਜ਼ ਹੋ ਰਹੀ ਹੈ, ਤਾਂ ਉਸ ਨੇਮ ਅਨੁਸਾਰ ਹੋਈ ਜਾ ਰਿਹਾ ਹੈ। ਪਤਾ ਹੈ ਨਾ ਉਸ ਨੇਮ ਨੂੰ ਕਿ ਕਿਵੇਂ ਕੀ ਹੋਣਾ ਹੈ, ਆਟੋਮੈਟਿਕਲੀ ਹੋਈ ਜਾ ਰਿਹਾ ਹੈ। ਦੂਜੀ ਗੱਲ, ਜਿਵੇਂ ਅਸੀਂ ਆ, ਤਾਂ ਜਦੋਂ ਅਸੀਂ ਸੱਚ ਜਾਂ ਝੂਠ ਬੋਲਦੇ ਹਾਂ, ਤਾਂ ਸਾਨੂੰ ਪਤਾ ਹੁੰਦਾ ਨਾ ਕਿ ਇੱਥੇ ਅਸੀਂ ਸੱਚ ਬੋਲ ਰਹੇ ਹਾਂ ਜਾਂ ਝੂਠ ਬੋਲ ਰਹੇ ਹਾਂ। ਤਾਂ ਸਾਡੇ ਹਰ ਕਰਮ ਨੂੰ ਉਹ ਜਾਣਦਾ ਹੈ, ਔਰ ਹਰ ਕਰਮ ਮੁਤਾਬਕ ਸਿਸਟਮ ਦੇ ਅੰਦਰ ਸਾਨੂੰ ਫਲ ਮਿਲਦਾ ਹੈ। ਉਸ ਨੂੰ ਪਤਾ ਹੈ ਕਿ ਕਣਕ ਬੀਜੀ ਤੇ ਕਣਕ ਹੀ ਉਗਾਣੀ, ਉੱਥੇ ਜੌਂ ਨਹੀਂ ਉਗਾਉਂਦਾ। ਸਿਸਟਮ ਦੇ ਅੰਦਰ ਨਾ ਸਾਰਾ ਕੁਝ ਪਤਾ ਹੈ ਵੀ ਕੀ ਬੀਜਿਆ, ਜੋ ਬੀਜਿਆ ਹੈ ਉਹੀ ਉਗੇਗਾ। ਇਸੇ ਤਰ੍ਹਾਂ ਉਹ ਚਾਰ ਚੁਫੇਰੇ ਉਹ ਖੁਸ਼ ਹੋ ਰਿਹਾ ਹੈ, ਯਾਨੀ ਚਾਰ ਚੁਫੇਰੇ ਖੁਸ਼ੀਆਂ ਨੇ, ਵਿਗਾਸਤਾ ਹੈ ਇਸ ਦੁਨੀਆ ਵਿੱਚ। ਜੇ ਅਸੀਂ ਕੁਦਰਤ ਦੇ ਨਾਲ ਇਕਸੁਰ ਹੋ ਜਾਈਏ ਨਾ, ਤਾਂ ਹਕੀਕਤ ਹੈ ਤੇ ਚਾਰ ਚੁਫੇਰੇ ਖੁਸ਼ੀਆਂ ਹੀ ਨੇ। ਚਾਰ ਚੁਫੇਰੇ ਖੁਸ਼ੀਆਂ ਹੀ ਨੇ। ਜੇ ਅਸੀਂ ਕੁਦਰਤ ਦੇ ਨਾਲ ਇਕਸੁਰ ਹੋਈਏ, ਤਾਂ ਨਦੀਆਂ ਨੇ, ਨਾਲੇ ਨੇ, ਝੀਲਾਂ ਨੇ, ਦਰਿਆ ਨੇ, ਖੰਡ ਮੰਡਲ ਬ੍ਰਹਿਮੰਡ ਨੇ, ਵਨਸਪਤੀ ਹੈ, ਪਸ਼ੂ ਪੰਛੀ ਨੇ, ਮਨੁੱਖ ਮਾਤਰ ਨੇ, ਜੋ ਵੀ ਖੁਸ਼ੀਆਂ ਵਾਸਤੇ ਚਾਹੀਦਾ ਹੈ ਉਹ ਸਾਰਾ ਸਮਾਨ ਤਾਂ ਹੈ। ਪਰ ਸਾਡੀ ਸੋਚ ਸੀਮਤ ਹੋਣ ਕਰਕੇ, ਸਾਡੀ ਹਉਮੈ ਜਾਂ ਸਾਡੇ ਸਵਾਰਥ ਜਾਂ ਸਾਡੀ ਸੀਮਤ ਸੋਚ ਕਰਕੇ, ਅਸੀਂ ਆਪ ਅਵਗੁਣਾਂ ਦੇ ਵਿੱਚ ਫਸ ਕੇ ਆਪਣੇ ਵਾਸਤੇ ਦੁੱਖ ਚਿੰਤਾਵਾਂ ਸਹਿੜ ਲਈਆਂ ਨੇ। ਜੇ ਇਹ ਵਿਸ਼ਾਲਤਾ ਨੂੰ ਸਮਝਿਆ ਜਾਏ ਕਿ ਹਰ ਇੱਕ ਦੇ ਅੰਦਰ ਹਰੀ ਹੈ, ਉਹਨਾਂ ਗੁਣਾਂ ਨੂੰ ਪਛਾਣਿਆ ਜਾਏ, ਉਹਨਾਂ ਗੁਣਾਂ ਮੁਤਾਬਕ ਜੇ ਬੰਦਾ ਹਰ ਇੱਕ ਜ਼ਿੰਦਗੀ ਜੀਵੇ, ਤਾਂ ਫਿਰ ਇੱਥੇ ਚਿੰਤਾ ਤਾਂ ਕੋਈ ਹੈ ਹੀ ਨਹੀਂ ਹੈ, ਪਰੇਸ਼ਾਨੀ ਤਾਂ ਕੋਈ ਹੈ ਹੀ ਨਹੀਂ ਹੈ। ਪਰੇਸ਼ਾਨੀਆਂ ਸਹਿੜੀਆਂ ਗਈਆਂ ਨੇ ਸੱਚ ਦੇ ਨਾਲੋਂ ਟੁੱਟ ਕੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਤਾਂ ਜਦੋਂ ਬੰਦੇ ਦੀ ਹਉਮੈ ਜਾਂਦੀ ਹੈ, ਪ੍ਰਭੂ ਦੇ ਮਿਲਾਪ ਹੁੰਦਾ ਹੈ, ਉਦੋਂ ਬੰਦਾ ਇਹ ਸਮਝਦਾ ਹੈ ਕਿ ਪ੍ਰਭੂ ਆਪ ਸਭ ਕੁਝ ਜਾਣ ਰਿਹਾ ਹੈ, ਆਪ ਕਰ ਰਿਹਾ ਹੈ, ਔਰ ਆਪ ਹੀ ਵਿਕਸਿਤ ਹੈ, ਵਿਗਾਸਤਾ ਵਿੱਚ ਹੈ, ਚੜ੍ਹਦੀ ਕਲਾ ਔਰ ਖੇੜੇ ਅਤੇ ਪ੍ਰਸੰਨਤਾ ਦੇ ਵਿੱਚ ਹੈ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਸਿਉ ਚਿੱਤ ਨਾ ਲਾਇਓ, ਨਾਮ ਨਾ ਵਸਿਓ ਮਨ ਆਏ। ਹੁਣ ਗੁਰੂ ਜੀ ਕਹਿੰਦੇ ਨੇ ਜੇ ਸਤਿਗੁਰ ਦੇ ਨਾਲ ਚਿੱਤ ਨਾ ਲਾਇਆ,
ਔਰ ਪ੍ਰਭੂ ਦੇ ਗੁਣ, ਪ੍ਰਭੂ ਦਾ ਹੁਕਮ ਜੇ ਮਨ ਵਿੱਚ ਨਾ ਵਸਿਆ, ਜੇ ਗੁਰੂ ਗਿਆਨ ਨਾਲ ਪ੍ਰੀਤ ਵੀ ਨਾ ਲਾਈ ਜਾਏ, ਗਿਆਨ ਮੁਤਾਬਕ ਜ਼ਿੰਦਗੀ ਨਾ ਜੀਵੀ ਜਾਏ, ਰੱਬੀ ਹੁਕਮ ਸਾਡੇ ਮਨ ਵਿੱਚ ਨਾ ਵਸੇ, ਰੱਬੀ ਗੁਣ, ਰੱਬੀ ਸਿਫਤ ਸਲਾਹ ਸਾਡੇ ਮਨ ਵਿੱਚ ਨਾ ਵਸੇ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਤ੍ਰਿਗ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਏ। ਤ੍ਰਿਗ ਦਾ ਮਤਲਬ ਫਿਟਕਾਰ, ਜੁਗ ਦਾ ਮਤਲਬ ਹੈ ਜਨਮ, ਸੰਸਾਰ, ਜਨਮ, ਦੁਨੀਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਤ੍ਰਿਗ ਇਵੇਹਾ ਜੀਵਿਆ, ਲਾਨਤ ਹੈ ਐਸੀ ਜ਼ਿੰਦਗੀ ਨੂੰ। ਫਿਰ ਮਨੁੱਖਾ ਜਨਮ ਵਿੱਚ ਆ ਕੇ ਕੀ ਖੱਟਿਆ, ਬੰਦੇ ਬਣ ਕੇ ਕੀ ਖੱਟਿਆ। ਜੇ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਵੀ, ਜੇ ਰੱਬੀ ਰਜਾ ਨੂੰ ਨਹੀਂ ਸਮਝਿਆ, ਜੇ ਰੱਬੀ ਗੁਣਾ ਮੁਤਾਬਕ ਜੀਵਨ ਨਹੀਂ ਜੀਵਿਆ, ਤਾਂ ਗੁਰੂ ਜੀ ਕਹਿੰਦੇ ਨੇ ਫਿਰ ਬੰਦਾ ਬਣ ਕੇ ਖੱਟਿਆ ਕੀ, ਫਿਰ ਇਸ ਦੁਨੀਆ ਵਿੱਚ ਆਉਣ ਦਾ ਲਾਭ ਕੀ ਹੋਇਆ। ਲਾਭ ਤਾਂ ਮਨੁੱਖ ਜਨਮ ਲੈਣ ਦਾ ਤਾਂ ਸੀ ਨਾ, ਕਿ ਜੇ ਸਾਡੇ ਜੀਵਨ ਵਿੱਚ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਹੁੰਦੀ, ਅਸੀਂ ਇੱਕ ਦੂਜੇ ਦੀ ਹੈਲਪ ਕਰਦੇ, ਇੱਕ ਦੂਜੇ ਨਾਲ ਪਿਆਰ ਕਰਦੇ, ਰੱਬ ਵਰਗਾ ਵਿਹਾਰ ਹੁੰਦਾ, ਇਹ ਸੰਸਾਰ ਸਵਰਗ ਹੁੰਦਾ, ਫਿਰ ਤਾਂ ਸਾਡੇ ਜੀਵਨ ਦਾ ਫਾਇਦਾ ਸੀ। ਤੇ ਜੇ ਆਪਣੇ ਜੀਵਨ ਨੂੰ ਬੰਦਾ ਆਪ ਹੀ ਨਰਕ ਬਣਾ ਲੈ, ਤਾਂ ਉਹਦਾ ਲਾਭ ਕੀ ਹੋਇਆ, ਕੀ ਖੱਟਿਆ ਉਹ ਕੰਮ ਕਰਕੇ। ਮੰਨ ਲਓ ਜੇ ਕੋਈ ਬੰਦਾ ਦੁਕਾਨ ਕਰੇ ਤੇ ਦੁਕਾਨ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਦੁਕਾਨ ਬਣਾਏ, ਕੋਈ ਵਪਾਰ ਕਰੇ ਤੇ ਵਪਾਰ ਵਿੱਚ ਪੈ ਜਾਏ ਘਾਟਾ, ਤਾਂ ਉਹ ਵਪਾਰ ਕਰਕੇ ਖੱਟਿਆ ਕੀ, ਜਿਹੜਾ ਘਰ ਸੀ ਰਹਿਣ ਵਾਲਾ ਉਹ ਵੀ ਗਵਾ ਲਿਆ, ਪੂੰਜੀ ਵੀ ਗਵਾ ਲਈ, ਕਰਜ਼ਾਈ ਹੋ ਗਿਆ। ਕਹੀਦਾ ਨਾ ਵੀ ਇਹ ਕੰਮ ਕਰਕੇ ਤੂੰ ਖੱਟਿਆ ਕੀ। ਆਮ ਕਈ ਵਾਰੀ ਕਹੀਦਾ ਨਾ ਕਿ ਰਿਸ਼ਤਾ ਨਾਤਾ, ਯਾਰ ਇਹ ਰਿਸ਼ਤਾ ਕਰਕੇ ਅਸੀਂ ਕੀ ਖੱਟਿਆ, ਗਵਾ ਲਿਆ ਸਾਰਾ ਕੁਝ, ਕਹਿੰਦੇ ਆ ਨਾ। ਤਾਂ ਐਵੇਂ ਹੀ ਇਹ ਬੰਦਾ ਬਣ ਕੇ ਖੱਟਿਆ ਕੀ ਨਾ ਬਣਦਾ ਹੈ ਨਾ ਹਰ ਬੰਦੇ ਦਾ, ਕਿ ਮੈਂ ਕੀ ਖੱਟਿਆ ਦੁਨੀਆ ਵਿੱਚ ਆ ਕੇ, ਮੈਂ ਬੰਦਾ ਹਾਂ ਤੇ ਮੇਰੇ ਜੀਵਨ ਦਾ ਕੀ ਲਾਭ ਹੈ, ਕੈਸੀ ਮੈਂ ਜ਼ਿੰਦਗੀ ਜੀ ਰਿਹਾ, ਕਿ ਮੇਰੇ ਅੰਦਰ ਸੱਚਾਈ, ਦਇਆ, ਪ੍ਰੇਮ, ਮੁਹੱਬਤ, ਇਨਸਾਨੀਅਤ ਹੈ। ਜੇ ਨਹੀਂ ਹੈ ਤਾਂ ਫਿਰ ਬੰਦਾ ਬਣ ਕੇ ਕੀ ਖੱਟਿਆ, ਫਿਰ ਲਾਨਤ ਵਾਲੀ ਗੱਲ ਹੀ ਹੈ ਨਾ। ਇਸ ਲਈ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਇਹ ਦੁਨੀਆ ਦੇ ਅੰਦਰ ਜੇਕਰ ਆ ਕੇ ਗੁਰੂ ਦੇ ਨਾਲ ਚੇਤਨੀ ਲਾਇਆ, ਗਿਆਨ ਵਾਲੀ ਜ਼ਿੰਦਗੀ ਨਹੀਂ ਜੀਵੀ, ਰੱਬੀ ਹੁਕਮ ਨੂੰ ਫੋਲੋ ਨਹੀਂ ਕੀਤਾ, ਰੱਬੀ ਗੁਣਾਂ ਦੇ ਧਾਰਨੀ ਨਹੀਂ ਹੋਏ, ਤਾਂ ਤ੍ਰਿਗ ਇਵੇਹਾ ਜੀਵਿਆ, ਇਹੋ ਜਿਹੇ ਜੀਵਨ ਨੂੰ ਲਾਨਤ ਹੈ। ਫਿਰ ਇਸ ਜਗਤ ਵਿੱਚ ਆਣ ਕੇ ਖੱਟਿਆ ਕੀ, ਭਾਵ ਕੁਛ ਵੀ ਨਹੀਂ ਖੱਟਿਆ, ਜੀਵਨ ਬੇਕਾਰ ਗਿਆ। ਸਗੋਂ ਇਹਦੇ ਨਾਲੋਂ ਨਾ ਜੰਮਦੇ ਤਾਂ ਠੀਕ ਸੀ, ਕਿਉਂਕਿ ਚਾਰ ਲੋਕ ਹੋਰ ਤੇ ਸੁਖੀ ਰਹਿੰਦੇ, ਜਿਨ੍ਹਾਂ ਨੂੰ ਅਸਾਂ ਦੁਖੀ ਕੀਤਾ ਹੈ, ਜਿਨ੍ਹਾਂ ਕਰਕੇ, ਸਾਡੇ ਕਰਕੇ ਜੋ ਦੁਖੀ ਨੇ ਉਹ ਤਾਂ ਘੱਟ ਤੋਂ ਘੱਟ ਸੁਖੀ ਹੁੰਦੇ। ਤਾਂ ਗੁਰੂ ਸਾਹਿਬ ਜੀ ਸਾਨੂੰ ਇੱਕ ਵਿਸ਼ਾਲ ਸੋਚ ਦੇ ਰਹੇ ਨੇ ਮਨੁੱਖਤਾ ਨੂੰ, ਕਿ ਇਹ ਜੀਵਨ ਨੂੰ ਨਰਕ ਨਾ ਬਣਾਓ। ਆਪਣੇ ਜੀਵਨ ਨੂੰ ਤੇ ਨਰਕ ਤੁਸੀਂ ਬਣਾਇਆ ਹੈ, ਦੂਜਿਆਂ ਦੇ ਵੀ ਜੀਵਨ ਨੂੰ ਨਰਕ ਬਣਾ ਰਹੇ ਹੋ। ਇਸ ਲਈ ਇਸ ਦੁਨੀਆ ਨੂੰ ਨਰਕ ਨਾ ਬਣਾਓ। ਜੇ ਦੁਨੀਆ ਨੂੰ ਤੁਸੀਂ ਨਰਕ ਬਣਾ ਲਿਆ, ਤੁਹਾਡੇ ਜੀਵਨ ਦਾ ਕੋਈ ਲਾਭ ਨਹੀਂ ਹੈ। ਇਸ ਆਪਣੇ ਜੀਵਨ ਨੂੰ, ਪਰਿਵਾਰਕ ਜੀਵਨ ਨੂੰ ਔਰ ਸੰਸਾਰ ਨੂੰ ਸਵਰਗ ਬਣਾਉਣ ਦਾ ਯਤਨ ਕਰੋ। ਔਰ ਤੁਹਾਡੇ ਅੰਦਰ ਇਹ ਸਮਰੱਥਾ ਹੈ, ਤੁਹਾਡੇ ਅੰਦਰ ਇਹ ਪੋਸੀਬਿਲਿਟੀ ਹੈ, ਤੁਹਾਡੇ ਅੰਦਰ ਬਹੁਤ ਵੱਡੀਆਂ ਸੰਭਾਵਨਾਵਾਂ ਨੇ, ਉਹਨਾਂ ਨੂੰ ਪਛਾਣੋ। ਮਾਇਆ ਖੋਟੀ ਰਾਸ ਹੈ, ਏਕ ਜਸੇ ਮਹਿ ਪਾਜ ਲਹਿ ਜਾਏ। ਜਿਹੜੀਆਂ ਠੱਗੀਆਂ ਕਰਕੇ ਜੋ ਮਾਇਆ ਇਕੱਠੀ ਕੀਤੀ ਹੈ, ਇੱਥੇ ਮਾਇਆ ਦਾ ਮਤਲਬ ਜੋ ਧਨ ਦੌਲਤ ਇਕੱਠੀ ਕੀਤੀ ਹੈ, ਕਿਹੜੀ, ਜੋ ਵੀ ਰਾਸ ਪੂੰਜੀ ਹੈ, ਜੋ ਵੀ ਜੀਵਨ ਦੇ ਅੰਦਰ ਉਸਾਂ ਖੱਟਿਆ ਕਮਾਇਆ ਹੈ, ਰੱਬ ਨੂੰ ਵਿਸਾਰ ਕੇ, ਗਿਆਨਹੀਣੇ ਰਹਿ ਕੇ, ਪਾਪ ਕਰਮ ਕਰਕੇ, ਗੁਰੂ ਜੀ ਕਹਿੰਦੇ ਨੇ ਤੇ ਖੋਟੀ ਰਾਸ ਹੈ। ਜਿਵੇਂ ਮਲਕ ਭਾਗੋ ਦੀ ਰਾਸ ਖੋਟੀ ਹੈ ਨਾ, ਭਾਈ ਲਾਲੋ ਦੀ ਰਾਸ ਸੱਚੀ ਹੈ, ਕਿਉਂਕਿ ਉਹਨੇ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਵੀ ਹੈ। ਔਰ ਮਲਕ ਭਾਗੋ ਦਾ ਜੀਵਨ ਝੂਠ ਦੇ ਉੱਤੇ, ਜ਼ੁਲਮ ਦੇ ਉੱਤੇ ਬੇਸ਼ਟ ਹੈਗਾ। ਤਾਂ ਜੋ ਰੱਬ ਨੂੰ ਭੁਲਾ ਕੇ, ਗੁਣਾਂ ਨੂੰ ਭੁਲਾ ਕੇ, ਸੱਚ ਨੂੰ ਭੁਲਾ ਕੇ, ਜੋ ਵੀ ਇਹ ਪਾਪ ਕਰਕੇ, 2 ਨੰਬਰ ਦੇ ਧੰਦੇ ਕਰਕੇ ਧਨ ਦੌਲਤ ਖੱਟਿਆ, ਤੇ ਖੋਟੀ ਰਾਸ ਹੈ। ਏਕ ਚੱਸੇ ਮਹਿ ਪਾਜ ਲਹਿ ਜਾਏ, ਇਹਦਾ ਪਾਜ ਤਾਂ ਇੱਕ ਪਲ ਦੇ ਅੰਦਰ ਲੈ ਜਾਣਾ ਹੈ, ਇਹਦਾ ਪਰਦਾ ਤੇ ਉਗੜ ਜਾਣਾ ਹੈ। ਔਰ ਉਗੜ ਜਾਂਦਾ ਨਾ ਲੋਕਾਂ ਦਾ ਪਰਦਾ। ਹੁਣ ਚੋਰੀ, 2 ਨੰਬਰ ਦੇ ਧੰਦੇ ਛਿਪੇ ਤੇ ਨਹੀਂ ਰਹਿੰਦੇ, ਛਿਪੇ ਨਹੀਂ ਨਾ ਰਹਿੰਦੇ, ਪਤਾ ਲੱਗ ਜਾਂਦਾ ਹੈ। ਗੁਰੂ ਜੀ ਦਾ ਪਾਵਨ ਬਚਨ ਹੈ, ਅੰਦਰ ਬਹਿ ਕੇ
ਪਾਪ ਕਮਾਵੇ, ਜੇ ਕੋਈ ਅੰਦਰ ਬਹਿ ਕੇ ਵੀ ਪਾਪ ਕਮਾਉਂਦਾ ਹੈ ਨਾ ਤਾਂ ਵੀ ਉਹ ਪ੍ਰਗਟ ਹੋ ਜਾਂਦਾ ਹੈ। ਗੁਰੂ ਜੀ ਦਾ ਪਾਵਨ ਬਚਨ ਹੈ, ਅੰਦਰ ਕਮਾਣਾ ਸਰ ਪਰ ਉਗੜੈ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ, ਭਾਵੇਂ ਕੋਈ ਧਰਤੀ ਵਿੱਚ ਤਹਿ ਖਾਨਿਆਂ ਦੇ ਅੰਦਰ ਗੁਫਾ ਦੇ ਅੰਦਰ ਬਹਿ ਕੇ ਪਾਪ ਕਰਮ ਕਮਾਏ, ਉਹ ਪਾਪ ਕਰਮ ਆਖਿਰ ਪ੍ਰਗਟ ਹੋ ਜਾਂਦੇ। ਜਿਹੜੀ ਅੰਦਰਲੀ ਸੋਚ ਹੈ, ਸਾਡੀ ਮੈਂਟੈਲਿਟੀ ਹੈ, ਉਹ ਸਾਡੀਆਂ ਨਜ਼ਰਾਂ ਤੋਂ, ਅੱਖਾਂ ਤੋਂ, ਬੋਲਾਂ ਤੋਂ, ਵਿਹਾਰ ਤੋਂ ਥਾਂ ਥਾਂ ਤੇ ਪ੍ਰਗਟ ਹੋ ਹੀ ਜਾਂਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜੋ ਧਨ ਦੌਲਤ ਜੋ ਵੀ 2 ਨੰਬਰ ਦੇ ਧੰਦੇ ਕਰਕੇ ਇਕੱਠੀ ਕੀਤੀ ਜਾ ਰਹੀ ਹੈ, ਇਹ ਖੋਟੀ ਚੀਜ਼ ਹੈ ਔਰ ਇਹਦਾ ਪਾਜ ਲੈ ਜਾਏਗਾ, ਇਹਦਾ ਪਰਦਾ ਉੱਗੜ ਜਾਏਗਾ, ਇਹਦੇ ਨਾਲ ਸੁਖ ਸ਼ਾਂਤੀ ਨਹੀਂ ਆਏਗੀ। ਹੱਥੋਂ ਛੁੜਕੀ ਤਨ ਸਿਆਹ ਹੋਏ, ਬਦਨ ਜਾਏ ਕੁਮਲਾਏ। ਤੇ ਜਿਹੜੇ 2 ਨੰਬਰ ਦੇ ਧੰਦੇ ਕਰਕੇ ਕੁਝ ਵੀ ਇਕੱਠਾ ਕੀਤਾ ਹੁੰਦਾ ਹੈ, ਉਹ ਹੱਥ ਚੋਂ ਛੁੜਕ ਜਾਂਦਾ ਹੈ। ਛੁੜਕ ਜਾਣ ਦਾ ਮਤਲਬ ਗਵਾਚ ਜਾਂਦੀ। ਜੇ ਉਹ ਗਵਾਚ ਜਾਏ, ਤਨ ਸਿਆਹ ਹੋਏ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਰੀਰ ਸਵਾਹ ਹੋ ਜਾਂਦਾ ਹੈ ਗਮ ਦੇ ਨਾਲ। ਸਿਆਹ ਹੋਏ ਦਾ ਮਤਲਬ ਕਾਲਾ ਹੋ ਜਾਂਦਾ ਹੈ। ਮਤਲਬ ਗਮ ਦੇ ਨਾਲ, ਚਿੰਤਾ ਦੇ ਨਾਲ ਬੰਦੇ ਦਾ ਰੰਗ ਬਦਲ ਜਾਂਦਾ ਹੈ। ਬਦਨ ਜਾਏ ਕੁਮਲਾਏ, ਤੇ ਚਿਹਰਾ ਜਿਹੜਾ ਕੁਮਲਾ ਜਾਂਦਾ ਹੈ। ਹੁਣ 2 ਨੰਬਰ ਦੇ ਪਾਪਾਂ ਦੇ ਨਾਲ ਕੀਤਾ ਹੋਇਆ ਧਨ ਜਦੋਂ ਚਲਾ ਜਾਂਦਾ ਹੈ ਤਾਂ ਬੰਦੇ ਦਾ ਚਿਹਰਾ ਕੁਮਲਾ ਜਾਂਦਾ ਹੈ ਔਰ ਬੰਦੇ ਦੇ ਅੰਦਰੋਂ ਜਿਹੜੀ ਹੈ ਸ਼ਾਂਤੀ ਖਤਮ ਹੋ ਜਾਂਦੀ ਹੈ। ਤੇ ਇੱਕ ਪਲ ਦੇ ਅੰਦਰ ਹੀ ਪਾਜ ਲੈ ਜਾਂਦਾ ਹੈ ਕਿ ਜਿਹੜੀ ਖੁਸ਼ੀ ਸੀ ਉਹ ਇਹਨਾਂ ਕਰਕੇ ਨਹੀਂ ਸੀ। ਖੁਸ਼ੀ ਅੰਦਰਲੀ ਜਿਹੜੀ ਇਹ ਗੁਣਾ ਕਰਕੇ ਹੈ। ਜਿਹਦੇ ਅੰਦਰ ਸੰਤੋਖ ਹੈ, ਜਿਹਦੇ ਅੰਦਰ ਗੁਣ ਹੈ, ਉਹਦਾ ਚਿਹਰਾ ਕੁਮਲਾਉਂਦਾ ਨਹੀਂ। ਉਹ ਆਰਿਆਂ ਦੇ ਨਾਲ ਚਿਰਦਾ ਹੋਇਆ ਵੀ ਖੁਸ਼ ਰਹਿੰਦਾ ਹੈ। ਤੇ ਉਹਦੇ ਉੱਤੇ ਜੇ ਗਰੀਬੀ ਵੀ ਆ ਜਾਏ ਤਾਂ ਵੀ ਉਹ ਆਨੰਦ ਪ੍ਰਸੰਨਤਾ ਦੇ ਵਿੱਚ ਰਹਿੰਦਾ ਹੈ। ਉਹ ਤਾਂ ਇਹ ਕਹਿੰਦਾ ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਫਰੀਦਾ ਵੇਖ ਭਰਾਈ ਝੋਪੜੀ, ਨਾ ਤਰਸਾਏ ਜੀਓ। 10 ਨਵਾਂ ਦੀ ਕਿਰਤ ਕਮਾਈ ਕਰਨ ਵਾਲਾ ਇਨਸਾਨ ਆਪਣੇ ਉਹਦੇ ਅੰਦਰ ਗੁਜ਼ਾਰਾ ਕਰਦਾ ਹੈ ਔਰ ਪ੍ਰਭੂ ਦਾ ਸ਼ੁਕਰਾਨਾ ਕਰਦਾ ਹੋਇਆ ਸੁਖੀ ਔਰ ਸ਼ਾਂਤ ਰਹਿੰਦਾ ਹੈ। ਪਰ ਜਿਸ ਤੇ 2 ਨੰਬਰ ਦੇ ਧੰਦੇ ਨੇ, ਜੋ ਪਾਪ ਕਰਮ ਕਰਦਾ ਹੈ, ਉਹਦੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਨਹੀਂ ਹੁੰਦੀ। ਔਰ ਜਦੋਂ ਉਹ ਧਨ ਦੌਲਤ ਹੱਥੋਂ ਨਿਕਲਦਾ ਹੈ ਤਾਂ ਫਿਰ ਉਹਦਾ ਬਦਨ ਸਿਆਹ ਹੋ ਜਾਂਦਾ ਹੈ, ਕਾਲਾ ਹੋ ਜਾਂਦਾ ਹੈ, ਭਾਵ ਉਹਦਾ ਚਿਹਰੇ ਦਾ ਰੰਗ ਉੱਡ ਜਾਂਦਾ ਹੈ ਔਰ ਉਹਦਾ ਰੰਗ ਕੁਮਲਾ ਜਾਂਦਾ ਹੈ ਜਦੋਂ ਉਹਨੂੰ ਉਹਦੇ ਕਰਮਾਂ ਦੀ ਸਜ਼ਾ ਮਿਲਦੀ ਹੈ। ਜਿਨ ਸਤਿਗੁਰ ਸੋ ਚਿਤ ਲਾਇਆ, ਤਿਨ ਸੁਖ ਵਸਿਆ ਮਨ ਆਏ। ਪਰ ਜਿਨ੍ਹਾਂ ਨੇ ਗੁਰੂ ਦੇ ਨਾਲ ਚਿਤ ਜੋੜਿਆ ਹੁੰਦਾ ਹੈ, ਉਹਨਾਂ ਦੇ ਮਨ ਦੇ ਅੰਦਰ ਸੁਖ ਸ਼ਾਂਤੀ ਆ ਵਸਦੀ ਹੈ। ਗੁਰੂ ਦੇ ਨਾਲ ਚਿਤ ਜੋੜਨ ਦਾ ਮਤਲਬ ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ ਹੈ, ਜਿਨ੍ਹਾਂ ਨੇ ਆਪਣੇ ਮਨ ਦੀ ਮੱਤ ਤਿਆਗੀ ਹੈ, ਜਿਨ੍ਹਾਂ ਨੇ ਵਿਕਾਰ ਛੱਡ ਕੇ ਜੋ ਗੁਣਾਂ ਦੇ ਧਾਰਨੀ ਹੋਏ ਨੇ, ਜਿਨ੍ਹਾਂ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਇਆ ਹੈ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਹੈ, ਕਿਉਂਕਿ ਉੱਥੇ ਵਿਕਾਰ ਨਹੀਂ ਹਨ। ਜਿੱਥੇ ਸੱਚਾਈ ਹੈ, ਦਇਆ ਹੈ, ਪਿਆਰ ਹੈ, ਮੁਹੱਬਤ ਹੈ, ਸੰਤੋਖ ਹੈ, ਉੱਥੇ ਸ਼ਾਂਤੀ ਹੈ। ਤੇ ਜਿੱਥੇ ਈਰਖਾ ਹੈ, ਕੀਨਾ ਸਾੜਾ ਹੈ, ਜੈਲਸੀ ਹੈ, ਪਾਪ ਵਿਕਾਰ ਨੇ, ਉੱਥੇ ਹਮੇਸ਼ਾ ਅੰਦਰ ਦੀ ਅਸ਼ਾਂਤੀ ਬਣੀ ਰਹਿੰਦੀ ਹੈ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ ਅੰਦਰ ਸ਼ਾਂਤੀ ਆਏ, ਖੁਸ਼ੀ ਆਏ, ਤਾਂ ਗੁਰੂ ਜੀ ਕਹਿੰਦੇ ਨੇ ਜੋ ਸਤਿਗੁਰ ਦੇ ਨਾਲ ਚਿੱਤ ਜੋੜਿਆ ਜਾਏ ਤਾਂ ਮਨ ਦੇ ਅੰਦਰ ਸੁਖ ਔਰ ਸ਼ਾਂਤੀ ਆ ਵਸਦੀ। ਹਰ ਨਾਮ ਧਿਆਵੇਂ ਰੰਗ ਸਿਉ, ਹਰ ਨਾਮ ਰਹੇ ਲਿਵ ਲਾਏ। ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਹਰ ਨਾਮ ਧਿਆਵੇਂ ਰੰਗ ਸਿਉ, ਰੰਗ ਸਿਉ ਦਾ ਮਤਲਬ ਪਿਆਰ ਦੇ ਨਾਲ, ਨਾਮ ਧਿਆਵੇਂ ਦਾ ਮਤਲਬ ਰੱਬ ਦੀ ਸਿਫਤ ਸਲਾਹ ਕਰਦੇ ਨੇ। ਉਹ ਪ੍ਰਭੂ ਦੇ ਨਾਲ ਪਿਆਰ ਕਰਦੇ ਨੇ, ਉਹ ਰੱਬੀ ਹੁਕਮ ਦੇ ਵਿੱਚ ਪਿਆਰ ਦੇ ਨਾਲ ਤੁਰਦੇ ਨੇ, ਉਹ ਰੱਬ ਦੀ ਸਿਫਤ ਸਲਾਹ ਪਿਆਰ ਨਾਲ ਕਰਦੇ ਨੇ, ਭਾਵ ਉਹਨਾਂ ਦਾ ਰੱਬੀ ਗੁਣਾਂ ਦੇ ਨਾਲ ਪਿਆਰ ਹੁੰਦਾ ਹੈ। ਹਰ ਨਾਮ ਰਹੇ ਲਿਵ ਲਾਏ, ਲਿਵ ਦਾ ਮਤਲਬ ਲਗਨ, ਔਰ ਉਹ ਪ੍ਰਭੂ ਦੇ ਹੁਕਮ ਦੇ ਅੰਦਰ ਆਪਣੀ ਲਗਨ ਲਾਈ ਰੱਖਦੇ ਨੇ। ਰੱਬੀ ਹੁਕਮ ਤੋਂ ਬਾਹਰ ਉਹ ਜ਼ਿੰਦਗੀ ਨਹੀਂ ਜਿੰਦੇ। ਰੱਬ ਦੀ ਸਿਫਤ ਸਲਾਹ ਗੁਣਾਂ ਦੇ ਅੰਦਰ ਉਹ ਆਪਣੀ ਲਗਨ ਲਾਈ ਰੱਖਦੇ ਨੇ। ਲਗਨ ਹੈ ਨਾ ਬੰਦੇ ਦੀ ਅੰਦਰੋਂ, ਕਿਸੇ ਦੀ ਝੂਠ ਬੋਲਣ ਵਿੱਚ ਲਗਨ ਹੈ, ਕਿਸੇ ਦੀ ਚੋਰੀ ਕਰਨ ਵਿੱਚ ਲਗਨ ਹੈ, ਕੋਈ ਪਾਪ ਕਰਮ ਦੀ ਲਗਨ ਰੱਖਦਾ ਹੈ, ਕਿਸੇ ਨੂੰ ਨਸ਼ਿਆਂ ਦੀ ਲਗਨ ਹੈ। ਲਗਨ ਹੈ ਨਾ ਆਪੋ ਆਪਣੀ। ਤਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹਨਾਂ ਦੀ ਅੰਦਰੋਂ ਹੀ ਲਗਨ ਰੱਬੀ ਗੁਣਾਂ ਦੇ ਨਾਲ ਲੱਗੀ ਹੈ, ਰੱਬੀ ਹੁਕਮ ਦੇ ਅੰਦਰ ਲੱਗੀ ਹੈ, ਔਰ ਉਹ ਪਿਆਰ ਦੇ ਨਾਲ, ਦਿਲੀ ਪਿਆਰ ਨਾਲ ਰੱਬੀ ਸਿਫਤ ਸਲਾਹ ਕਰਦੇ ਨੇ। ਉਹਨਾਂ ਦਾ ਕੋਈ ਬੱਧੇ ਰੁੱਧੇ ਚੱਟੀ ਨਹੀਂ ਭਰ ਰਿਹਾ, ਦਿਲੀ ਪਿਆਰ ਦੇ ਨਾਲ ਉਹ ਗੁਣਾਂ ਨੂੰ ਅਪਣਾ ਰਹੇ ਨੇ, ਦਿਲੀ ਪਿਆਰ ਦੇ ਨਾਲ ਉਹਨਾਂ ਨੇ ਆਪਣੀ ਲਗਨ ਰੱਬੀ ਗੁਣਾਂ ਦੇ ਨਾਲ ਲਾਈ ਹੁੰਦੀ ਹੈ।
ਨਾਨਕ ਸਤਿਗੁਰ ਸੋ ਧਨ ਸੌਂਪਿਆ, ਜੇ ਜੀ ਮਹਿ ਰਹਾ ਸਮਾਏ। ਇੱਥੇ ਜੀ ਦਾ ਮਤਲਬ ਹੈ ਮਨ, ਸਤਿਗੁਰ ਸੌਂਪਿਆ ਦਾ ਮਤਲਬ ਗੁਰੂ ਨੂੰ ਸੌਂਪਿਆ। ਤਾਂ ਇਹ ਨਾਮ ਧਨ ਪ੍ਰਭੂ ਨੇ ਸਤਿਗੁਰ ਨੂੰ ਸੌਂਪਿਆ ਹੈ, ਤੇ ਇਹ ਧਨ ਗੁਰੂ ਨੇ ਜੀ ਦੇ ਵਿੱਚ ਗੁਰੂ ਦੇ ਜੀ ਵਿੱਚ ਰਚਿਆ ਹੋਇਆ ਹੈ। ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਨਾਨਕ ਸਤਿਗੁਰ ਸੋ ਧਨ ਸੌਂਪਿਆ, ਸਤਿਗੁਰ ਨੇ ਇਹ ਧਨ ਜਿਹੜਾ ਹੈ ਸਿੱਖ ਨੂੰ ਸੌਂਪ ਦਿੱਤਾ ਹੈ, ਔਰ ਜਿਸ ਨੂੰ ਸੌਂਪਿਆ ਹੈ ਉਹਦੀ ਫਿਰ ਜਿੰਦ ਦੇ ਅੰਦਰ, ਮਨ ਦੇ ਅੰਦਰ ਇਹ ਸਮਾਇਆ ਹੋਇਆ ਹੈ। ਭਾਈ ਸਾਹਿਬ ਸਿੰਘ ਜੀ ਇਸ ਦਾ ਅਰਥ ਕਰ ਰਹੇ ਨੇ, ਇਹ ਧਨ ਪ੍ਰਭੂ ਨੇ ਸਤਿਗੁਰ ਨੂੰ ਸੌਂਪਿਆ ਹੈ, ਤੇ ਇਹ ਧਨ ਗੁਰੂ ਦੀ ਜਿੰਦ ਦੇ ਅੰਦਰ, ਮਨ ਦੇ ਅੰਦਰ ਰਚਿਆ ਹੋਇਆ ਹੈ, ਸਮਾਇਆ ਹੋਇਆ ਹੈ। ਯਾਨੀ ਇਸ ਦਾ ਭਾਵ ਲਿਆ ਜਾ ਰਿਹਾ ਹੈ ਕਿ ਇਹ ਜੋ ਨਾਮ ਧਨ ਹੈ, ਯਾਨੀ ਸ਼ੁਭ ਜੀਵਨ ਹੈ, ਗੁਣਾ ਵਾਲਾ ਜੀਵਨ ਹੈ, ਰਜਾ ਵਾਲਾ ਜੀਵਨ ਹੈ, ਇਹ ਸਾਨੂੰ ਗੁਰੂ ਪਾਸੋਂ ਮਿਲਦਾ ਹੈ। ਇਸ ਦੀ ਸੇਧ ਜਿਹੜੀ ਹੈ ਗੁਰੂ ਪਾਸੋਂ ਮਿਲਦੀ ਹੈ। ਤੇ ਦੂਜੀ ਗੱਲ ਹੈ, ਜਿਨ੍ਹਾਂ ਨੂੰ ਸਤਿਗੁਰ ਨੇ ਇਹ ਧਨ ਸੌਂਪ ਦਿੱਤਾ ਹੈ, ਯਾਨੀ ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦੀ ਦਾਤ ਦਿੱਤੀ ਹੈ, ਫਿਰ ਉਹਨਾਂ ਦੀ ਜਿੰਦ ਜਾਨ ਦੇ ਅੰਦਰ ਇਹ ਧਨ ਸਮਾਇਆ ਰਹਿੰਦਾ ਹੈ। ਉਹ ਜਿੰਦ ਜਾਨ ਦੇ ਨਾਲ ਇਸ ਰੱਬੀ ਗੁਣਾ ਦੇ ਨਾਲ ਪਿਆਰ ਕਰਦੇ ਨੇ। ਰੰਗ ਤਿਸੈ ਕੋ ਅਗਲਾ, ਵੰਨੀ ਚੜ੍ਹੇ ਚੜਾਏ। ਅਗਲਾ ਦਾ ਮਤਲਬ ਬਹੁਤ ਜ਼ਿਆਦਾ, ਤੇ ਵੰਨੀ ਦਾ ਮਤਲਬ ਹੈ ਰੰਗ। ਵੰਨੀ ਚੜ੍ਹੇ ਚੜਾਏ ਦਾ ਮਤਲਬ ਰੰਗਣ ਉਹਨੂੰ ਹੋਰ ਚੜ ਜਾਂਦਾ। ਰੰਗ ਤਿਸੈ ਕੋ ਅਗਲਾ, ਜੋ ਮਨੁੱਖ ਗੁਰੂ ਤੋਂ ਇਹ ਦਾਤ ਪ੍ਰਾਪਤ ਕਰਦਾ ਹੈ ਉਸੇ ਨੂੰ ਇਹ ਰੰਗ ਚੜ੍ਹਦਾ ਹੈ, ਔਰ ਇਹ ਰੰਗ ਨਿਤ ਚਮਕਦਾ ਹੈ, ਦੂਣਾ ਚੌਣਾ। ਵੰਨੀ ਚੜੇ ਚੜਾਏ ਦਾ ਮਤਲਬ ਇਹ ਰੰਗਤ ਹੋਰ ਚੜੀ ਜਾਂਦੀ ਹੈ। ਜਿਵੇਂ ਅਸੀਂ ਕਹਿੰਦੇ ਨਾ, ਦਿਨ ਦੂਣੀ ਤੇ ਰਾਤ ਚੌਗਣੀ, ਤਰੱਕੀ ਬੰਦਾ ਕਰਦਾ ਹੈ, ਐਵੇਂ ਵੰਨੀ ਚੜੇ ਚੜਾਏ ਦਾ ਮਤਲਬ ਕਿ ਦਿਨ ਰਾਤ ਹਰ ਵਕਤ ਇਹ ਰੰਗ, ਇਹ ਪਿਆਰ ਦੂਣਾ ਚੌਣਾ ਹੋਰ ਵਧੀ ਜਾਂਦਾ ਹੈ। ਜਿਨ੍ਹਾਂ ਨੂੰ ਗੁਰੂ ਨੇ ਇਹ ਦਾਤ ਦਿੱਤੀ ਹੈ, ਜਿਨ੍ਹਾਂ ਨੂੰ ਗੁਰੂ ਨੇ ਇਹ ਜੀਵਨ ਦਿੱਤਾ ਹੈ, ਜਾਂ ਜਿਨ੍ਹਾਂ ਨੇ ਗੁਰੂ ਤੋਂ ਇਹ ਜੀਵਨ ਦੀ ਜਾਚ ਸਿੱਖੀ ਹੈ, ਗੁਰੂ ਦੇ ਵੇ ਆਫ ਲਾਈਫ ਨੂੰ ਅਪਣਾਇਆ ਹੈ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਫਿਰ ਇਹ ਪ੍ਰੇਮ ਜਿਹੜਾ ਹੈ ਚੜ੍ਹਦਾ ਹੈ, ਔਰ ਇਹ ਪ੍ਰੇਮ ਦਿਨ ਰਾਤ ਵੱਧਦਾ ਚਲਾ ਜਾਂਦਾ ਹੈ। ਇਹ ਪ੍ਰੇਮ ਕਦੇ ਵੀ ਘਟਦਾ ਨਹੀਂ। ਮਹਿਲਾ ਤੀਜਾ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ। ਨਾਗਣੀ ਦਾ ਮਤਲਬ ਸਪਣੀ, ਲਪਟਾਏ ਦਾ ਮਤਲਬ ਚੰਬੜੀ ਹੋਈ ਹੈ। ਮਾਇਆ ਸਪਣੀ ਬਣੀ ਹੋਈ ਹੈ, ਤੇ ਜਗਤ ਨੂੰ ਇਹ ਚਿੰਬੜੀ ਹੋਈ ਹੈ। ਇਹਨੇ ਜਗਤ ਨੂੰ ਆਪਣੀ ਲਪੇਟ ਦੇ ਅੰਦਰ ਲਿਆ ਹੋਇਆ ਹੈ। ਹੁਣ ਮਾਇਆ ਨੂੰ ਸਪਣੀ ਕਿਉਂ ਕਹਿ ਰਹੇ ਨੇ? ਸਪਣੀ ਇਸ ਕਰਕੇ ਕਹਿ ਰਹੇ ਨੇ ਕਿ ਸਪਣੀ ਆਪਣੇ ਹੀ ਬੱਚਿਆਂ ਨੂੰ ਆਪ ਖਾ ਜਾਂਦੀ ਹੈ। ਸਪਣੀ ਆਪਣੇ ਬੱਚਿਆਂ ਨੂੰ ਆਪ ਹੀ ਖਾ ਜਾਂਦੀ ਹੈ। ਤੇ ਕਬੀਰ ਜੀ ਵੀ ਇੱਥੇ ਦੱਸ ਰਹੇ, ਗੁਰੂ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਸਾਨੂੰ ਇਹ ਸਮਝਾ ਰਹੇ ਨੇ ਕਿ ਮਾਇਆ ਸਪਣੀ ਬਣੀ ਹੋਈ ਹੈ, ਔਰ ਜਗਤ ਦੇ ਹਰ ਜੀਵ ਨੂੰ ਚੰਬੜੀ ਹੋਈ ਹੈ। ਤੇ ਹੁਣ ਮਾਇਆ ਕੀ ਹੈ? ਮਾਇਆ ਦਾ ਮਤਲਬ ਪੈਸਾ ਔਰ ਔਰਤ ਨਹੀਂ ਹੈ। ਮਾਇਆ ਇੱਕ ਸੋਚ ਹੈ। ਉਹ ਸੋਚ ਜੋ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਨਹੀਂ ਕਰਨ ਦਿੰਦੀ। ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਇਹ ਸੋਚ ਮਾਇਆ ਹੈ, ਤੇ ਇਹ ਸੋਚ ਨੇ ਸਾਰੇ ਜਗਤ ਨੂੰ ਆਪਣੀ ਲਪੇਟ ਦੇ ਅੰਦਰ ਲਿਆ ਹੋਇਆ। ਮੇਰ ਤੇਰ ਦੇ ਵਿਤਕਰੇ ਆਮ ਬੰਦੇ ਵਿੱਚ ਵੇਖੇ ਜਾ ਸਕਦੇ ਨੇ। ਬੰਦਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਆਮ ਬੰਦਾ ਵੇਖਿਆ ਜਾ ਸਕਦਾ ਹੈ। ਸੈਲਫਿਸ਼ਨੈਸ ਆਮ ਬੰਦੇ ਦੀ ਸੋਚ ਨੂੰ ਘੇਰਿਆ ਹੋਇਆ ਨਾ ਇਹਨਾਂ ਚੀਜ਼ਾਂ ਨੇ। ਇਹ ਨਾਗਣੀ ਬਣੀ ਹੋਈ ਹੈ, ਤੇ ਨਾਗਣੀ ਦੀ ਤਰ੍ਹਾਂ ਇਹਨੇ ਸੋਚ ਨੇ ਬੰਦੇ ਨੂੰ ਆਪਣੀ ਲਪੇਟ ਦੇ ਅੰਦਰ ਲਿਆ ਹੋਇਆ ਹੈ। ਤੇ ਕਬੀਰ ਜੀ, ਗੁਰੂ ਅਮਰਦਾਸ ਜੀ ਸਾਨੂੰ ਦੱਸ ਰਹੇ ਨੇ, ਇਸ ਕੀ ਸੇਵਾ ਜੋ ਕਰੇ। ਜਿਹੜਾ ਇਸ ਸੋਚ ਦੀ ਮਾਇਆ ਦੀ ਸੇਵਾ ਕਰਦਾ ਹੈ, ਭਾਵ ਕਿ ਇਹਦੇ ਅੰਡਰ ਕੰਮ ਕਰਦਾ ਹੈ, ਇਹਨਾਂ ਅਵਗੁਣਾਂ ਦੇ ਅਧੀਨ ਚੱਲਦਾ ਹੈ, ਤਿਸ ਹੀ ਕੋ ਫਿਰ ਖਾਏ, ਕਿ ਉਸੇ ਨੂੰ ਖਾ ਜਾਂਦੀ ਹੈ। ਉਹਦੇ ਆਤਮਿਕ ਜੀਵਨ ਨੂੰ ਖਾ ਜਾਂਦੀ ਹੈ, ਉਹਦੇ ਅੰਦਰੋਂ ਇਨਸਾਨੀਅਤ ਨੂੰ ਖਾ ਜਾਂਦੀ ਹੈ, ਉਹਦੀ ਜ਼ਮੀਰ ਮਰ ਜਾਂਦੀ ਹੈ, ਉਸ ਬੰਦੇ ਦੀ ਆਤਮਿਕ ਮੌਤ ਹੋ ਜਾਂਦੀ ਹੈ, ਉਹਦੀਆਂ ਖੁਸ਼ੀਆਂ ਖਾਧੀਆਂ ਜਾਂਦੀਆਂ ਨੇ, ਉਹਦਾ ਖੇੜਾ ਖਤਮ ਹੋ ਜਾਂਦਾ ਹੈ, ਉਹਦੇ ਅੰਦਰੋਂ ਚੜ੍ਹਦੀ ਕਲਾ ਖਤਮ ਹੋ ਜਾਂਦੀ ਹੈ, ਉਹਦੇ ਜੀਵਨ ਨੂੰ ਖਾ ਜਾਂਦੀ ਹੈ, ਆਤਮਿਕ ਜੀਵਨ ਨੂੰ ਖਾ ਜਾਂਦੀ ਹੈ। ਔਰ ਹਕੀਕਤ ਹੈ, ਮੇਰ ਤੇਰ ਦੇ ਵਿਤਕਰੇ ਹੀ ਸਾਡੀਆਂ ਖੁਸ਼ੀਆਂ ਨੂੰ ਖਾ ਗਏ ਨੇ।
ਮੈਂ ਤੁਹਾਡੀਆਂ ਖੁਸ਼ੀਆਂ ਨੂੰ ਵੇਖ ਕੇ ਸੜਦਾ ਹਾਂ ਤਾਂ ਮੇਰੀ ਖੁਸ਼ੀ ਖਾਧੀ ਗਈ ਨਾ। ਤੁਹਾਡੇ ਵੱਡੇ ਮਕਾਨ ਨੂੰ ਵੇਖ ਕੇ ਮੇਰੇ ਅੰਦਰ ਜੈਲਸੀ ਪੈਦਾ ਹੋਈ ਤਾਂ ਇਹ ਮੇਰ ਤੇਰ ਦਾ ਵਿਤਕਰਾ ਖਾ ਗਿਆ ਨਾ ਮੇਰੀ ਖੁਸ਼ੀ ਨੂੰ। ਤੁਹਾਡਾ ਉਹਦੇ ਵਿੱਚ ਕੋਈ ਕਸੂਰ ਨਹੀਂ ਹੈ, ਕਸੂਰ ਤਾਂ ਮੇਰੇ ਅੰਦਰ ਦੀ ਸੋਚ ਦਾ ਹੈ। ਮੈਂ ਅੰਦਰੋਂ ਹੋਰ ਹਾਂ, ਬਾਹਰੋਂ ਹੋਰ ਹਾਂ। ਬਾਹਰੋਂ ਮੈਂ ਧਰਮੀ ਬਣਿਆ ਹੋਇਆ, ਅੰਦਰ ਮੇਰੇ ਵਿਸ਼ੇ ਵਿਕਾਰ ਨੇ, ਤਾਂ ਇਹ ਸੋਚ ਮੇਰੀ ਖੁਸ਼ੀ ਨੂੰ ਖਾ ਗਈ ਨਾ। ਮੇਰੇ ਅੰਦਰ ਸੈਲਫਿਸ਼ਨੈਸ ਹੈ, ਮੈਂ ਆਪਣੀ ਖੁਸ਼ੀ ਕਰਕੇ ਦੂਜਿਆਂ ਨੂੰ ਦੁੱਖ ਦਿੰਦਾ ਹਾਂ ਤੇ ਦੂਜਿਆਂ ਨੂੰ ਦਿੱਤੇ ਹੋਏ ਦੁੱਖ ਦਾ ਫਲ ਮੈਨੂੰ ਦੁੱਖ ਵਿੱਚ ਭੁਗਤਣਾ ਪਵੇਗਾ ਤਾਂ ਮੇਰੀ ਖੁਸ਼ੀ ਖਾਧੀ ਗਈ ਨਾ, ਇਨਸਾਨੀਅਤ ਮਰ ਗਈ ਨਾ ਅੰਦਰੋਂ। ਤਾਂ ਇਹ ਜੋ ਸੋਚ ਹੈ, ਇੱਥੇ ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਇੱਥੇ ਮਾਇਆ ਦਾ ਮਤਲਬ ਸੋਚ ਹੈ। ਇਸ ਸੋਚ ਨੇ ਹਰ ਇਨਸਾਨ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ ਤੇ ਜਿਹੜਾ ਇਨਸਾਨ ਇਸ ਸੋਚ ਦੀ ਸੇਵਾ ਕਰਦਾ ਹੈ, ਇਸ ਸੋਚ ਦੇ ਅੰਦਰ ਜ਼ਿੰਦਗੀ ਜਿੰਦਾ ਹੈ, ਕਿਸੇ ਹੀ ਕੋ ਫਿਰ ਖਾਏ, ਇਹ ਸੋਚ ਉਸੇ ਦੇ ਆਤਮਿਕ ਜੀਵਨ ਨੂੰ ਖਾ ਜਾਂਦੀ ਹੈ। ਔਰ ਇਸ ਸੋਚ ਕਰਕੇ ਸਾਡਾ ਕਿੰਨਾ ਕੁਝ ਖਾਦਾ ਗਿਆ ਹੈ। ਸਾਡੇ ਰਿਸ਼ਤੇ ਖਾਦੇ ਗਏ, ਕਿੰਨੇ ਰਿਸ਼ਤੇ ਖਤਮ ਹੋ ਗਏ ਹੁੰਦੇ ਤੇ। ਸਾਡੇ ਪਰਿਵਾਰ ਖਾਦੇ ਗਏ, ਪਰਿਵਾਰ ਟੁੱਟ ਗਏ, ਮਿੱਤਰਤਾ ਟੁੱਟ ਗਈ, ਇਨਸਾਨੀਅਤ ਖਤਮ ਹੋ ਗਈ, ਸੱਚਾਈ, ਦਇਆ, ਪ੍ਰੇਮ ਆਦਿ ਖਤਮ ਹੋ ਗਿਆ, ਖੁਸ਼ੀਆਂ ਖੇੜੇ ਮੁੱਕ ਗਏ, ਕਿੰਨਾ ਕੁਛ ਸੇ ਸੋਚ ਖਾ ਗਈ। ਗੁਰਮੁਖ ਕੋਈ ਗਾਰੜੂ ਤਿਨ ਮਲਦਲ ਲਾਈ ਪਾਏ, ਇਹਨੂੰ ਪਾਏ ਨਹੀਂ ਪੜਨਾ, ਪਾਏ। ਗਾਰੜੂ ਕਹਿੰਦੇ ਨੇ ਸੱਪਾਂ ਦੀ ਵਿਸ਼ ਨੂੰ ਦੂਰ ਕਰਨ ਵਾਲਾ ਜੋ ਜਾਦੂ ਮੰਤਰ ਜਾਣਦਾ ਹੈ। ਇੱਥੇ ਮੰਤਰ ਦਾ ਮਤਲਬ ਉਹ ਨਹੀਂ ਹੈ ਕਿ ਜੋ ਮੰਤਰ ਪੜਿਆ, ਇੱਥੇ ਮੰਤਰ ਦਾ ਮਤਲਬ ਹੈ ਢੰਗ ਤਰੀਕਾ, ਜਿਹੜਾ ਸੱਪ ਫੜਨ ਦਾ ਔਰ ਸੱਪਾਂ ਦੇ ਜ਼ਹਿਰ ਨੂੰ ਦੂਰ ਕਰਨ ਦਾ ਤਰੀਕਾ ਜਾਣਦਾ ਹੈ, ਉਹਨੂੰ ਕਹਿੰਦੇ ਨੇ ਗਾਰੜੂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰਮੁਖ ਕੋਈ ਗਾਰੜੂ, ਗੁਰੂ ਦੇ ਸ਼ਰਨ ਵਿੱਚ ਆਉਣ ਵਾਲਾ ਕੋਈ ਮਨੁੱਖ ਤਿੰਨ ਮਲਦਲ ਲਾਈ ਪਾਏ, ਉਹਨੇ ਸੱਪਣੀ ਦੇ ਜ਼ਹਿਰ ਨੂੰ ਖਤਮ ਕੀਤਾ ਔਰ ਇਹਨੂੰ ਮਲਦਲ ਕੇ ਪੈਰਾਂ ਥੱਲੇ ਲਾ ਲਿਆ। ਜਿਵੇਂ ਕਈ ਨਹੀਂ ਸੱਪਣੀ ਹੈ ਤੇ ਉਹਦੀ ਸਿਰੀ ਨੂੰ ਪੈਰਾਂ ਥੱਲੇ ਮਿੱਧ ਦਿੱਤਾ ਤੇ ਮਿੱਧ ਕੇ ਮਾਰ ਦਿੱਤਾ, ਖਤਮ ਕਰ ਦਿੱਤਾ। ਗਾਰੜੂ ਦਾ ਮਤਲਬ ਸੱਪ ਨੂੰ ਫੜਨ ਦਾ ਢੰਗ ਜੋ ਜਾਣਦਾ ਹੈ ਔਰ ਸੱਪ ਦੇ ਜ਼ਹਿਰ ਨੂੰ ਦੂਰ ਕਰਨ ਦਾ ਢੰਗ ਜਾਣਦਾ ਹੈ, ਦਵਾਈ ਦਾਰੂ ਜਾਣਦਾ ਹੈ। ਕੋਈ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਬੰਦਾ ਜਿਹੜਾ ਨਾ, ਉਹ ਐਸ ਮਾਇਆ ਦੀ ਨਾਗਣੀ ਨੂੰ ਉਹਨੇ ਮਲਦਲ ਕੇ ਪੈਰਾਂ ਥੱਲੇ ਲਾ ਲਿਆ। ਭਾਵ ਕਿ ਜਿਹੜੀ ਇਹ ਸੋਚ ਹੈ, ਉਹ ਸੋਚ ਨੂੰ ਉਹਨੇ ਖਤਮ ਕਰ ਦਿੱਤਾ ਹੈ। ਨਾਨਕ ਸਹੀ ਉਬਰੇ ਦੇ ਸੱਚ ਰਹੇ ਲਿਵ ਲਾਏ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਇਨਸਾਨ ਬਚ ਗਏ ਜੋ ਸੱਚ ਦੇ ਅੰਦਰ ਸੁਰਤ ਜੋੜਦੇ ਨੇ, ਜਿਨ੍ਹਾਂ ਨੇ ਸੱਚ ਦੇ ਵਿੱਚ ਲਿਵ ਲਗਾਈ, ਜਿਨ੍ਹਾਂ ਨੇ ਆਪਣੀ ਲਗਨ ਸੱਚ ਦੇ ਨਾਲ ਲਗਾਈ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਜੋ ਹਮੇਸ਼ਾ ਸੱਚ ਦੇ ਨਾਲ ਜੁੜੇ ਰਹੇ, ਸੱਚ ਵਿੱਚ ਜਿਨ੍ਹਾਂ ਦੀ ਲਗਨ ਲੱਗੀ ਰਹੀ, ਉਹ ਇਨਸਾਨ ਇਹਨਾਂ ਵਿਕਾਰਾਂ, ਪਾਪਾਂ ਤੋਂ ਔਰ ਇਸ ਮਾਇਆ ਵਾਲੀ ਸੋਚ ਤੋਂ ਬਚ ਗਏ। ਪੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ। ਢਾਡੀ ਦਾ ਮਤਲਬ ਸਿਫਤ ਸਲਾਹ ਕਰਨ ਵਾਲਾ। ਜੋ ਮਨੁੱਖ ਢਾਡੀ ਬਣ ਕੇ ਅਰਦਾਸ ਕਰਦਾ ਹੈ ਤੇ ਪ੍ਰਭੂ ਨੂੰ ਸੁਣਾਉਂਦਾ ਹੈ, ਯਾਨੀ ਆਪਣੀ ਅਰਜ਼ ਅਰਜ਼ੋਈ ਕਰਦਾ ਹੈ, ਸਿਫਤ ਸਲਾਹ ਕਰਦਾ ਹੈ, ਅੰਦਰ ਧੀਰਜ ਹੋਏ ਪੂਰਾ ਪਾਏ ਸੀ, ਤਾਂ ਉਸ ਦੇ ਅੰਦਰ ਧੀਰਜ ਆਉਂਦੀ ਹੈ। ਮਾਇਆ ਮੋਹ ਤੇ ਹਉਮੈ ਆਦਿਕ ਦੂਰ ਹੁੰਦੇ ਨੇ। ਪੂਰਾ ਪਾਏ ਸੀ ਤੇ ਉਹ ਪੂਰੇ ਪ੍ਰਭੂ ਨੂੰ ਮਿਲਦਾ ਹੈ। ਯਾਨੀ ਜੋ ਪ੍ਰਭੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਪ੍ਰਭੂ ਨੂੰ ਆਪਣੇ ਦੁੱਖ ਦੱਸਦਾ ਹੈ, ਪ੍ਰਭੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਉਹਨੂੰ ਧੀਰਜ ਮਿਲਦਾ ਹੈ। ਉਹ ਵਿਕਾਰਾਂ ਤੋਂ ਬਚਣ ਦੀ ਹਿੰਮਤ ਉਹਦੇ ਅੰਦਰ ਪੈਦਾ ਹੁੰਦੀ ਹੈ। ਪੂਰਾ ਪਾਏ ਸੀ ਦਾ ਮਤਲਬ ਉਹਨੂੰ ਪੂਰਾ ਪ੍ਰਭੂ ਮਿਲਦਾ ਹੈ, ਉਹ ਪੂਰੇ ਦੇ ਨਾਲ ਜੁੜ ਜਾਂਦਾ ਹੈ, ਉਹਦਾ ਅਧੂਰਾਪਨ ਖਤਮ ਹੁੰਦਾ ਹੈ। ਜੋ ਧੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ। ਧੁਰ ਦਾ ਮਤਲਬ ਧੁਰ ਤੋਂ, ਜੋ ਪਿਛਲੀ ਕਮਾਈ, ਉਹਦੀ ਪਿਛਲੀ ਕਮਾਈ ਦਾ ਮਤਲਬ ਪਿਛਲੇ ਜੀਵਨ ਵਿੱਚ ਜੋ ਉਹਨੇ ਲੇਖ ਲਿਖੇ ਨੇ, ਭਾਵ ਜੋ ਉਹਨੇ ਆਪਣੇ ਅੰਦਰ ਸੰਸਕਾਰ ਚੰਗੇ ਪੈਦਾ ਕੀਤੇ ਨੇ, ਚੰਗੇ ਕਰਮ ਕੀਤੇ ਨੇ, ਚੰਗਾ ਸੋਚਿਆ ਹੈ, ਚੰਗਾ ਬੋਲਿਆ ਹੈ, ਉਹ ਲੇਖ ਉਹਦੇ ਮੱਥੇ ਦੇ ਉੱਤੇ ਉਗੜਦੇ ਨੇ ਤੇ ਉਹ ਬੰਦਾ ਕਰਮ ਕਰਦਾ ਹੈ। ਇਹ ਆਪਾਂ ਚੰਗੀ ਤਰ੍ਹਾਂ ਸਪਸ਼ਟ ਕਰ ਚੁੱਕੇ ਹਾਂ ਕਿ ਜੋ ਬੰਦਾ ਹਰ ਰੋਜ਼ ਨੈਗੇਟਿਵ ਸੋਚਦਾ ਹੈ, ਨਿੰਦਾ ਕਰਦਾ ਹੈ, ਚੁਗਲੀ ਕਰਦਾ ਹੈ, ਹੌਲੇ ਹੌਲੇ ਉਹਦੇ ਅੰਦਰ ਸੰਸਕਾਰ ਪੈਦਾ ਹੋਈ ਜਾਂਦੇ ਨੇ, ਉਹਦਾ ਸੁਭਾਅ ਪੱਕ ਜਾਂਦਾ ਹੈ ਤੇ ਫਿਰ ਉਹਦੇ ਮੁਤਾਬਕ ਹੀ ਉਹ ਕਰਮ ਕਰੀ ਜਾਂਦਾ ਹੈ। ਤੇ ਕੁਝ ਲੋਕ ਐਸੇ ਨੇ ਜੋ ਚੰਗਾ ਸੋਚਦੇ ਨੇ, ਪਿਆਰ ਵਾਲਾ ਵਤੀਰਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਨੇ, ਉਹਨਾਂ ਦੇ ਅੰਦਰ ਇਹ ਸੁਭਾਅ ਪੱਕਾ ਹੋਈ ਜਾਂਦਾ ਹੈ। ਹੌਲੇ ਹੌਲੇ
ਆਦਤ ਬਣ ਜਾਂਦੀ ਹੈ, ਸੁਭਾਅ ਬਣ ਜਾਂਦੇ ਨੇ, ਤੇ ਉਹ ਫਿਰ ਚੰਗੇ ਕਰਮ ਕਮਾਈ ਜਾਂਦੇ ਨੇ, ਉਹਨਾਂ ਦਾ ਫਲ ਉਹਨਾਂ ਨੂੰ ਉਵੇਂ ਮਿਲੀ ਜਾਂਦਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਪ੍ਰਭੂ ਦੇ ਦਰ ਤੇ ਹਾਜ਼ਰ ਹੁੰਦਾ ਹੈ, ਜੋ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਉਹਦੇ ਅੰਦਰ ਉਹ ਲੇਖ ਬਣੀ ਜਾਂਦੇ ਨੇ, ਉਹ ਲੇਖ ਉਗੜਦੇ ਨੇ, ਫਿਰ ਉਹ ਉਹੋ ਜਿਹੇ ਕਰਮ ਕਰੀ ਜਾਂਦਾ ਹੈ, ਭਾਵ ਉਹ ਸਿਫਤ ਸਲਾਹ ਕਮਾਉਂਦਾ ਹੈ। ਜਾਂ ਹੋਵੇ ਖਸਮ ਦਿਆਲ ਤਾਂ ਮਹਿਲ ਕਰ ਪਾਈ ਸੀ। ਤੇ ਜਦੋਂ ਉਹ ਇਹੋ ਜਿਹੇ ਕਰਮ ਕਰਦਾ ਹੈ, ਪ੍ਰਭੂ ਦਿਆਲ ਹੁੰਦਾ ਹੈ, ਤਾਂ ਮਹਿਲ ਘਰ ਪਾਏ ਸੀ, ਤਾਂ ਉਹ ਮਾਲਕ ਦਾ ਘਰ ਲੱਭ ਲੈਂਦਾ ਹੈ, ਅਸਲ ਸਰੂਪ ਲੱਭ ਲੈਂਦਾ ਹੈ। ਕਿੱਥੇ ਲੱਭ ਲੈਂਦਾ ਹੈ? ਆਪਣੇ ਹੀ ਅੰਦਰ। ਉਹਦਾ ਆਪਣੇ ਅੰਦਰ ਟਿਕਾਵ ਹੋ ਜਾਂਦਾ ਹੈ, ਉਹ ਰੱਬੀ ਗੁਣਾਂ ਦੇ ਵਿੱਚ ਟਿਕ ਜਾਂਦਾ ਹੈ। ਉਹ ਐਸੇ ਥਾਂ ਨੂੰ ਲੱਭ ਲੈਂਦਾ ਜਿੱਥੇ ਕੇਵਲ ਔਰ ਕੇਵਲ ਰੱਬੀ ਗੁਣ ਨੇ, ਭਾਵ ਕਿ ਉਹਦੇ ਅੰਦਰ ਐਸੀ ਸੋਚ ਪ੍ਰਗਟ ਹੋ ਜਾਂਦੀ ਹੈ ਜਿਹਦੇ ਅੰਦਰ ਕੋਈ ਵਿਕਾਰ ਨਹੀਂ ਹਨ, ਜਿਹਦੇ ਅੰਦਰ ਹਮੇਸ਼ਾ ਹਮੇਸ਼ਾ ਰੱਬੀ ਗੁਣ ਹੀ ਹੁੰਦੇ ਨੇ। ਉਹ ਉਸ ਅਵਸਥਾ ਦੇ ਅੰਦਰ ਟਿਕ ਜਾਂਦਾ ਹੈ। ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮਿਲਾਏ ਸੀ। ਮੇਰਾ ਪ੍ਰਭੂ ਬਹੁਤ ਵੱਡਾ ਹੈ, ਮਹਾਨ ਹੈ, ਉਹਦੇ ਵਰਗਾ ਵੱਡਾ ਹੋਰ ਕੋਈ ਨਹੀਂ ਹੈ। ਗੁਰਮੁਖ ਮਿਲਾਏ ਸੀ ਦਾ ਮਤਲਬ ਉਹ ਗੁਰੂ ਦੇ ਰਾਹੀਂ ਮਿਲਦਾ ਹੈ, ਗੁਰੂ ਗਿਆਨ ਰਾਹੀਂ ਮਿਲਦਾ ਹੈ। ਜੇ ਤੁਸੀਂ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਦੇ ਹੋ ਤਾਂ ਉਹ ਮਿਲਦਾ ਹੈ ਅਗਿਆਨਤਾ ਭਰੇ ਕਰਮ ਕਰਨ ਨਾਲ ਨਹੀਂ, ਗਿਆਨ ਦੇ ਚਾਨਣੇ ਵਿੱਚ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਪ੍ਰਭੂ ਦਾ ਸਾਨੂੰ ਮਿਲਾਪ ਹੋ ਸਕਦਾ ਹੈ। ਉਹ ਅਤਿਅੰਤ ਵੱਡਾ ਹੈ ਔਰ ਗੁਰੂ ਦੇ ਜ਼ਰੀਏ ਸਾਨੂੰ ਮਿਲਦਾ ਹੈ। ਗੁਰੂ ਦੇ ਜ਼ਰੀਏ ਹੀ ਸਾਡਾ ਮਿਲਾਪ ਉਸ ਪ੍ਰਭੂ ਦੇ ਨਾਲ ਹੋ ਸਕਦਾ ਹੈ, ਹੋਰ ਕੋਈ ਰਾਸਤਾ ਮਿਲਾਪ ਦਾ ਨਹੀਂ ਹੈ। ਇਸ ਲਈ ਜੇ ਕੋਈ ਉਸ ਪ੍ਰਭੂ ਦੇ ਅੰਦਰ ਲੀਨ ਹੋਣਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਇੱਕੋ ਇੱਕ ਰਾਸਤਾ ਹੈ, ਤੇ ਉਹ ਰਾਸਤਾ ਹੈ ਗੁਰੂ ਦੇ ਦੱਸੇ ਹੋਏ ਰਾਹਾਂ ਤੇ ਤੁਰਨਾ। ਗੁਰੂ ਪਾਤਸ਼ਾਹ ਰਹਿਮਤ ਕਰਨ, ਅਸੀਂ ਗੁਰੂ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਆਪ ਵਿਚਾਰੀਏ ਔਰ ਗੁਰਮਤਿ ਆਸ਼ੇ ਅਨੁਸਾਰ ਚੱਲ ਕੇ ਐਸੀ ਜ਼ਿੰਦਗੀ ਅਸੀਂ ਜੀ ਸਕੀਏ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ